चढ़ती कला टाइम टीवी नॉर्थ अमेरिका चैनल ਨੂੰ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ। ਦੋਸਤੋ, ਮੈਂ ਹਾਂ ਮਨੀਸ਼ ਪਿਆਲਾ ਅਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਅਤੇ ਨਮਸਕਾਰ। ਅੱਜ ਦਾ ਇਹ ਪ੍ਰੋਗਰਾਮ ਲਾਈਵ ਪ੍ਰੋਗਰਾਮ ਹੈਗਾ ਤੇ ਲਾਈਵ ਪ੍ਰੋਗਰਾਮ ਦੇ ਵਿੱਚ ਅਸੀਂ ਪ੍ਰਾਈਮ ਟਾਈਮ ਚਰਚਾ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ ਅੱਜ ਦੇ ਪੱਖ ਦੇ ਮਸਲਿਆਂ ਦੇ ਉੱਤੇ। ਖਾਸ ਤੌਰ ਤੇ ਅਸੀਂ ਗੱਲ ਕਰਾਂਗੇ ਕਿ ਕਿਸ ਤਰੀਕੇ ਨਾਲ ਗੁਰੂ ਨਾਨਕ ਦੇ ਦਿੱਤੇ ਸੰਦੇਸ਼ ਨੇ ਅੱਜ ਪੂਰੀ ਦੁਨੀਆ ਦੇ ਵਿੱਚ ਸਿੱਖ ਸਮਾਜ ਦਾ ਸਿਰ ਉੱਚਾ ਚੁੱਕਿਆ ਹੈ। ਭਾਵੇਂ ਉਹ ਹੋਵੇ ਰਿਵਰਸਾਈਡ ਕੈਲੀਫੋਰਨੀਆ ਤੇ ਭਾਵੇਂ ਹੋਵੇ ਗੁਰਦੁਆਰਾ ਬੰਗਲਾ ਸਾਹਿਬ, ਇਹ ਆਪਣੇ ਆਪ 'ਚ ਦ੍ਰਿਸ਼ ਜਿਹੜੇ ਨੇ ਅੱਜ ਹਰੇਕ ਦੇ ਮਨ ਨੂੰ ਇੱਕ ਰਾਹਤ ਪਹੁੰਚਾਉਂਦੇ ਨੇ। ਅਸਲ ਦੇ ਵਿੱਚ ਅਸੀਂ ਪਿਛਲੇ ਦਿਨਾਂ ਦੇ ਵਿੱਚ ਆਮ ਤੌਰ 'ਤੇ ਅਗਰ ਗੱਲਾਂ ਕਰੀਏ ਤਾਂ ਗੁਰੂ ਘਰ ਦੇ ਵਿੱਚ ਜਦੋਂ ਵੀ ਪੁਲਿਸ ਦੀ ਗੱਡੀ ਆਉਂਦੀ ਸੀ ਤਾਂ ਡਰ ਲੱਗਦਾ ਸੀ ਕਿ ਕਿਤੇ ਹੋ ਸਕਦਾ ਹੈ ਗੁਰੂ ਘਰ ਦੀਆਂ ਕਮੇਟੀਆਂ ਦੇ ਵਿੱਚ ਆਪਸੀ ਕਲੇਸ਼ ਹੋ ਗਿਆ ਹੋਵੇ, ਕਿਤੇ ਵਿਵਾਦ ਹੋ ਗਿਆ ਹੋਵੇ। ਗੁਰੂ ਘਰ ਦੇ ਵਿੱਚ ਜਦੋਂ ਪੁਲਿਸ ਦੀਆਂ ਗੱਡੀਆਂ ਨੇ ਉਹ ਕਲੇਸ਼ ਨੂੰ ਮੁਕਾਉਣ ਨਹੀਂ ਆਉਂਦੀਆਂ, ਉਹ ਅੱਜ ਸਜਦਾ ਕਰਨ ਆਉਂਦੀਆਂ ਨੇ ਉਸ ਗੁਰੂ ਨਾਨਕ ਦੇ ਸੰਦੇਸ਼ ਨੂੰ, ਉਸ ਦਿੱਤੀ ਹੋਈ ਦੇਣ ਨੂੰ, ਜਿਸ ਦੇਣ ਦੇ ਵਿੱਚ ਗੁਰੂ ਸਾਹਿਬ ਨੇ ਸੰਗਤ ਅਤੇ ਪੰਗਤ ਦਾ ਸੰਦੇਸ਼ ਦਿੱਤਾ ਸੀ, ਜਿੰਦੇ ਵਿੱਚ ਕਿਹਾ ਗਿਆ ਸੀ ਕਿ ਦਸਵੰਧ ਕੱਢ ਕੇ ਲੋੜਵੰਦਾਂ ਦੀ ਮਦਦ ਕਰਨੀ ਹੈ, ਜਿਸ ਦੇ ਵਿੱਚ ਗੁਰੂ ਨਾਨਕ ਨੇ ਸੰਦੇਸ਼ ਦਿੱਤਾ ਸੀ ਕਿ ਕੋਈ ਵੀ ਭੁੱਖਾ ਗੁਰੂ ਨਾਨਕ ਦੇ ਘਰ ਤੋਂ ਵਾਪਸ ਨਾ ਜਾਵੇ। ਅੱਜ ਉਸੇ ਕਰਕੇ ਇੱਕ ਪਾਸੇ ਕੈਲੀਫੋਰਨੀਆ ਤੋਂ ਲੈ ਕੇ ਦਿੱਲੀ ਤੱਕ, ਭਾਰਤ ਦੀ ਦਿਲ ਤੱਕ ਜਿਹੜਾ ਹੈ ਅੱਜ ਗੱਲਾਂ ਹੋ ਰਹੀਆਂ ਨੇ। ਵੱਡੀ ਗਿਣਤੀ ਦੇ ਵਿੱਚ ਪੁਲਿਸ ਦੀਆਂ ਗੱਡੀਆਂ ਸੰਦੇਸ਼ ਦੇ ਰਹੀਆਂ ਨੇ, ਸਜਦਾ ਕਰ ਰਹੀਆਂ ਨੇ ਉਸ ਵਿਚਾਰ ਨੂੰ ਜਿਹੜਾ ਅੱਜ ਤੋਂ 550 ਸਾਲ ਪਹਿਲਾਂ ਦਿੱਤਾ ਗਿਆ ਸੀ। ਅੱਜ ਮਾਣ ਹੁੰਦਾ ਹੈ ਆਪਣੇ ਉੱਤੇ, ਆਪਣੇ ਲੋਕਾਂ ਦੇ ਉੱਤੇ, ਜਿਨ੍ਹਾਂ ਨੇ ਉਸ ਪ੍ਰਥਾ ਨੂੰ ਅੱਜ 500 ਸਾਲ ਤੱਕ ਤੋਂ ਵੀ ਜਿਹੜਾ ਉਹ ਕੰਟੀਨਿਊ ਰੱਖਿਆ ਤੇ ਅੱਜ ਉਹਦੇ ਕਰਕੇ ਪੂਰੀ ਦੁਨੀਆ ਦੇ ਵਿੱਚ ਸਾਡੇ ਸਮਾਜ ਦੇ ਲੋਕ ਜਿਹੜੇ ਨੇ ਲਗਾਤਾਰ ਆਪਣੇ ਧਰਮ ਨੂੰ ਉੱਚਾ ਚੁੱਕ ਰਹੇ ਨੇ। ਇਹ ਆਪਣੇ ਆਪ 'ਚ ਸਾਡੇ ਸਾਰਿਆਂ ਵਾਸਤੇ ਚੰਗਾ ਹੈ। ਭਾਵੇਂ ਗੁਰੂ ਘਰ ਦੀਆਂ ਕਮੇਟੀਆਂ ਇਹਦੇ ਵਾਸਤੇ ਆਪਣੀ ਪਿੱਠ ਨੂੰ ਬਹੁਤ ਥਾਪੜ ਰਹੀਆਂ ਹੋਣ ਕਿ ਸਾਡੇ ਕਰਕੇ ਹੋਇਆ, ਤੁਹਾਡੇ ਕਰਕੇ ਕਿਸੇ ਕਰਕੇ ਨਹੀਂ ਹੋਇਆ। ਜੇ ਉਹ ਹੋਇਆ ਤਾਂ ਉਸ ਗੁਰੂ ਨਾਨਕ ਦੇ ਨਾਮ ਕਰਕੇ ਹੋਇਆ, ਉਹ ਪ੍ਰੀਤ ਦੇ ਕਰਕੇ ਹੋਇਆ, ਉਹ ਰਾਹ ਦੇ ਕਰਕੇ ਹੋਇਆ, ਜਿਸ ਦੇ ਕਰਕੇ ਅੱਜ ਜਿਹੜੇ ਕਦਮਾਂ ਦੇ ਉੱਤੇ ਤੁਸੀਂ ਚੱਲ ਰਹੇ ਹੋ, ਜਿਹੜੇ ਨਕਸ਼ੇ ਕਦਮ ਤੁਹਾਨੂੰ ਗੁਰੂ ਨਾਨਕ ਨੇ, ਪਹਿਲੀ ਪਾਤਸ਼ਾਹੀ ਨੇ ਦੱਸੇ ਸਨ, ਤੁਸੀਂ ਉਹਦੇ ਉੱਤੇ ਚੱਲਦੇ ਗਏ ਤੇ ਅੱਜ ਪੂਰੀ ਦੁਨੀਆ ਦੇ ਵਿੱਚ ਉਸ ਕਰਕੇ ਤੁਹਾਡਾ ਨਾਮ ਹੈਗਾ। ਇਸ ਕਰਕੇ ਜਿਹੜੇ ਲੋਕ ਅੱਜ ਘਰਾਂ ਦੇ ਵਿੱਚ ਬੈਠੇ ਨੇ, ਠੀਕ ਹੈ, ਆਪਣੇ ਕਰੋਨਾ ਵਾਇਰਸ ਦੇ ਕਰਕੇ ਆਪਾਂ ਦੇ ਘਰਾਂ ਦੇ ਵਿੱਚ ਬੈਠਣਾ ਠੀਕ ਹੈ, ਪਰ ਜਿਹੜੇ ਲੋਕਾਂ ਨੇ ਆਪਣੇ ਘਰਾਂ ਦੀਆਂ ਦਹਲੀਜ਼ਾਂ ਟੱਪ ਕੇ ਉਸ ਗੁਰੂ ਨਾਨਕ ਦੇ ਸੰਦੇਸ਼ ਨੂੰ ਅੱਗੇ ਲਿਜਾਉਣ ਦੀ ਕੋਸ਼ਿਸ਼ ਕੀਤੀ ਹੈ, ਅੱਜ ਇਸ ਔਖੀ ਘੜੀ ਦੇ ਵਿੱਚ ਲੋਕਾਂ ਦੇ ਮੂੰਹ ਦੇ ਵਿੱਚ ਲੰਗਰ ਦਾ ਨਵਾਲਾ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਅੱਜ ਉਹਨਾਂ ਕਰਕੇ ਸਦਕੇ ਜਾਈਏ ਅੱਜ ਇਹ ਤਸਵੀਰਾਂ ਜਿਹੜੀਆਂ ਨੇ ਇਹ ਸੱਚ ਹੋਈਆਂ ਨੇ। ਤੇ ਇਤਿਹਾਸ ਦੇ ਵਿੱਚ ਜਦੋਂ ਇਹਨਾਂ ਦਿਨਾਂ ਨੂੰ ਲਿਖਿਆ ਜਾਵੇਗਾ, ਉਹ ਪੰਨੇ ਜਿਹੜੇ ਲਿਖੇ ਜਾਣਗੇ, ਉਹਨਾਂ ਪੰਨਿਆਂ ਦੇ ਉੱਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਮਾਣ ਮਹਿਸੂਸ ਕਰਨਗੀਆਂ ਕਿ ਕਦੋਂ ਗੁਰੂ ਨਾਨਕ ਨੇ ਕੀ ਸੋਚ ਕੇ ਸੰਦੇਸ਼ ਦਿੱਤਾ ਸੀ ਪੰਗਤ ਦਾ। ਤੇ ਅੱਜ ਔਖੀ ਘੜੀ ਦੇ ਵਿੱਚ ਜਦੋਂ ਦੁਨੀਆ ਭਰ ਦੇ ਵਿੱਚ 185 ਮੁਲਕ ਕੋਵਿਡ-19 ਦੇ ਨਾਲ ਲੜ ਰਹੇ ਨੇ, ਉਸ ਵੇਲੇ ਇਹ ਸੰਦੇਸ਼ ਜਿਹੜਾ ਕਿੰਨਾ ਕਾਰਗਰ ਸਾਬਤ ਹੋਇਆ ਤੇ ਅੱਜ ਹਰ ਕੋਈ ਜਿਹੜਾ ਇਸ ਨੂੰ ਸਲਾਮ ਕਰ ਰਿਹਾ ਹੈ। ਸੋ ਅੱਜ ਦੇ ਇਸ ਖਾਸ ਤੌਰ ਤੇ ਪ੍ਰੋਗਰਾਮ ਦੇ ਵਿੱਚ ਅਸੀਂ ਖਾਸ ਤੌਰ ਤੇ ਇਹਦੇ ਉੱਤੇ ਗੱਲਬਾਤ ਕਰਾਂਗੇ ਕਿ ਇਹ ਜਿਹੜੀ ਅੱਜ ਪ੍ਰਥਾ, ਜਿਹੜੀ ਪ੍ਰੀਤ, ਜਿਹੜਾ ਇਹ ਰਸਤਾ ਗੁਰੂ ਨਾਨਕ ਨੇ ਸਾਨੂੰ ਦਿਖਾਇਆ ਸੀ, ਜਿਹਨੇ ਅੱਜ ਸਾਰਿਆਂ ਤੋਂ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ ਹੈ, ਸਾਨੂੰ ਇੱਕ ਵੱਖਰਾ ਮੁਕਾਮ ਦੇਣ ਦੀ ਕੋਸ਼ਿਸ਼ ਕੀਤੀ ਹੈ, ਉਸ ਮੁਕਾਮ ਨੂੰ ਅਸੀਂ ਕਿਸ ਤਰੀਕੇ ਨਾਲ ਕੰਟੀਨਿਊ ਰੱਖਣਾ ਹੈ ਅਤੇ ਕਿਸ ਤਰੀਕੇ ਨਾਲ ਅੱਗੇ ਲੈ ਕੇ ਚੱਲਣਾ ਹੈ। ਖਾਸ ਤੌਰ ਤੇ ਅੱਜ ਦੇ ਇਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ, ਲੇਕਿਨ ਕੁਝ ਤੱਥ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਕਰਨੇ ਵੀ ਬੜੇ ਜ਼ਰੂਰੀ ਨੇ। ਕਈ ਬ੍ਰੇਕਿੰਗ ਨਿਊਜ਼ ਨੇ। ਅਗਰ ਗੱਲ ਕਰੀਏ ਪੂਰੇ ਦੁਨੀਆ ਦੇ ਨਕਸ਼ੇ ਦੀ, ਅੱਜ ਦੁਨੀਆ ਦੇ ਨਕਸ਼ੇ ਦੇ ਉੱਤੇ ਕੋਵਿਡ-19 ਨੂੰ ਲੈ ਕੇ 3 ਮਿਲੀਅਨ ਤੋਂ ਉੱਤੇ ਕੇਸ ਜਿਹੜੇ ਨੇ ਪਹੁੰਚ ਚੁੱਕੇ ਨੇ। ਅਗਰ ਆਪਾਂ ਪੰਜਾਬੀ ਦੇ ਵਿੱਚ ਗੱਲ ਕਰੀਏ ਤਾਂ 30 ਲੱਖ ਦੇ ਉੱਤੇ ਜਿਹੜੇ ਕੇਸ ਜਿਹੜੇ ਨੇ ਉਹ ਸਾਡੇ ਕੋਲ ਇਸ ਵੇਲੇ ਹੈਗੇ ਨੇ। 30 ਲੱਖ ਜਿਹੜਾ ਦੁਨੀਆ ਭਰ ਦੇ ਵਿੱਚ ਕੇਸ ਹੈ ਤੇ 10 ਲੱਖ ਜਿਹੜਾ ਅਮਰੀਕਾ ਭਰ ਦੇ ਵਿੱਚ ਕੇਸ ਹੈ। ਅਜੇ ਅਮਰੀਕਾ ਦੇ ਮੈਂ ਐਗਜ਼ੈਕਟ ਡਾਟੇ ਦੀ ਤੁਹਾਡੇ ਨਾਲ ਗੱਲ ਕਰਾਂ ਤਾਂ 10,10,424 ਕੇਸ ਜਿਹੜੇ ਨੇ ਅਮਰੀਕਾ ਭਰ ਦੇ ਵਿੱਚ ਨੇ ਅਤੇ ਹੁਣ ਤੱਕ ਅਮਰੀਕਾ ਭਰ ਦੇ ਵਿੱਚ 56,525 ਲੋਕਾਂ ਦੀ ਕੋਵਿਡ-19 ਦੇ ਕਰਕੇ ਉਹਨਾਂ ਦਾ ਦੇਹਾਂਤ ਹੋ ਚੁੱਕਾ ਹੋਇਆ ਹੈ। ਪਰ ਇੱਕ ਖਬਰ ਜਿਹੜੀ ਹੈ ਉਹ ਚੰਗੀ ਖਬਰ ਵੀ ਹੈਗੀ ਹੈ, ਜਿਹੜਾ ਲਗਾਤਾਰ ਇਹ ਪੀਕ ਤੋਂ ਜਾ ਕੇ ਹੁਣ ਜਿਹੜਾ ਡੈਥ ਰੇਟ ਹੈ, ਜਿਹੜਾ ਕਿ
ਮਾਰੂ ਸ਼ਕਤੀ ਸੀ ਇਸ ਕੋਵਿਡ-19 ਦੀ ਉਹ ਘਟ ਰਹੀ ਹੈ, ਕਿਉਂਕਿ ਕਿੱਥੇ ਇੱਕ ਦਿਨ ਦੇ ਵਿੱਚ 2400-2500 ਲੋਕਾਂ ਨੂੰ ਇਹ ਲਗਾਤਾਰ ਨੁਕਸਾਨ ਪਹੁੰਚਾਉਂਦਾ ਸੀ, ਉਹਨਾਂ ਨੂੰ ਮੌਤ ਦੇ ਮੂੰਹ ਦੇ ਵਿੱਚ ਸੁੱਟ ਦਿੰਦਾ ਸੀ। ਅੱਜ ਦੀ ਤਰੀਕ ਦੇ ਵਿੱਚ ਇਹਦੀ ਜਿਹੜੀ ਮਾਰੂ ਸ਼ਕਤੀ ਹੈ ਉਹ 1200 ਤੋਂ ਘੱਟ ਕੇ ਕਈ ਜਗ੍ਹਾ ਤੇ ਅਮਰੀਕਾ ਦੇ ਵਿੱਚ ਜਿਹੜਾ 1000 ਤੱਕ ਦੀ ਆਉਣ ਦੀ ਜਿਹੜੀ ਉਮੀਦ ਅਸੀਂ ਕਰ ਸਕਦੇ ਹਾਂ। ਕਹਿ ਸਕਦੇ ਹਾਂ ਕਿ 60% ਜਿਹੜਾ ਇਹਦਾ ਮਾਰੂ ਸ਼ਕਤੀ ਜਿਹੜੀ ਉਹ ਘਟ ਚੁੱਕੀ ਹੋਈ ਹੈ, ਜਿਸ ਕਰਕੇ ਬਹੁਤ ਸਾਰੇ ਲੋਕਾਂ ਨੇ, ਸਰਕਾਰਾਂ ਨੇ ਸੁੱਖ ਦਾ ਸਾਹ ਲਿਆ ਹੈ ਕਿ ਜੇ ਇਹ ਸੱਚਮੁੱਚ ਇਸੇ ਤਰੀਕੇ ਨਾਲ ਗਏ ਤਾਂ ਆਉਣ ਵਾਲੇ ਦਿਨ ਜਿਹੜੇ ਨੇ ਉਹ ਚੰਗੇ ਹੋਣਗੇ, ਜਿੱਥੇ ਲੋਕ ਆਪਣੇ ਕਾਰਾਂ ਦੇ ਉੱਤੇ ਵਾਪਸ ਪਰਤਣਗੇ, ਉੱਥੇ ਨਾਲ ਹੀ ਨਾਲ ਜਿਹੜਾ ਲੋਕਾਂ ਨੂੰ ਦੁਬਾਰਾ ਤੋਂ ਇੱਕ ਨਵੀਂ ਜ਼ਿੰਦਗੀ ਜੀਣ ਦਾ ਜਿਹੜਾ ਉਹ ਮੌਕਾ ਮਿਲੇਗਾ। ਇਹ ਆਪਣੇ ਆਪ 'ਚ ਤੱਥ ਹੈਗੇ ਨੇ ਜਿਹੜੇ ਅਸੀਂ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ, ਪਰ ਨਾਲ ਹੀ ਨਾਲ ਜਿਹੜਾ ਮੇਨ ਅੱਜ ਦਾ ਵਿਸ਼ਾ ਹੈਗਾ ਇਹ ਨਾਨਕ ਸਭ 13-13, ਇਹਦੇ ਉੱਤੇ ਖਾਸ ਤੌਰ ਤੇ ਗੱਲਬਾਤ ਕਰਨ ਲਈ ਅਸੀਂ ਕੁਝ ਮਹਿਮਾਨਾਂ ਨੂੰ ਵੀ ਸੱਦਾ ਦਿੱਤਾ ਹੈ ਅਤੇ ਅੱਜ ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਵੀ ਕਰਾਵਾਂਗੇ। ਸਾਡੇ ਨਾਲ ਖਾਸ ਤੌਰ ਤੇ ਪ੍ਰੋਫੈਸਰ ਨਰਿੰਦਰ ਸਿੰਘ ਢੇਸੀ ਜਿਹੜੇ ਨੇ ਸਿੱਖ ਵਿਵਦਾਨ ਹੈਗੇ ਨੇ, ਇਹ ਖਾਸ ਤੌਰ ਤੇ ਸਾਡੇ ਨਾਲ ਜੁੜਨਗੇ। ਇੰਟੈਲੈਕਚੁਅਲ ਨੇ, ਲੰਮੇ ਸਮੇਂ ਤੋਂ ਇਹ ਸਮੇਂ ਤੇ ਸਾਨੂੰ ਜਿਹੜੀਆਂ ਨੇ ਸਮੇਂ ਤੇ ਜਿਹੜੇ ਗਾਈਡੈਂਸ ਦਿੰਦੇ ਆਏ ਨੇ ਕਿ ਸਾਨੂੰ ਕਿਸ ਤਰੀਕੇ ਨਾਲ ਚੱਲਣਾ ਚਾਹੀਦਾ, ਸਾਡਾ ਧਰਮ ਕੀ ਕਹਿੰਦਾ ਹੈ, ਕੀ ਸਾਡੀਆਂ ਜ਼ਿੰਮੇਵਾਰੀਆਂ ਨੇ। ਖਾਸ ਤੌਰ ਤੇ ਅੱਜ ਇਹਦੇ ਉੱਤੇ ਇਹ ਸਾਡੇ ਨਾਲ ਗੱਲਬਾਤ ਕਰਨਗੇ। ਸਾਡੇ ਨਾਲ ਸਰਦਾਰ ਗੁਰਮੀਤ ਸਿੰਘ ਮਹਿਮਦਪੁਰ ਜਿਹੜੇ ਹੈਗੇ ਨੇ ਉਹ ਵੀ ਨਾਲ ਜੁੜੇ ਹੋਏ ਨੇ। ਇਹ ਪ੍ਰਧਾਨ ਨੇ ਬਾਬਾ ਮੱਖਣ ਸ਼ਾਹ ਲਬਾਣਾ ਸਿੱਖ ਸੈਂਟਰ ਦੇ, ਜਿਹੜਾ ਕਿ ਰਿਚਮੰਡ ਨਿਊਯਾਰਕ ਦੇ ਵਿੱਚ ਸਥਿਤ ਹੈਗਾ। ਇਹ ਗੁਰੂ ਘਰ ਦੇ ਵਿੱਚੋਂ ਲੰਮੇ ਸਮੇਂ ਤੋਂ ਜਿਹੜਾ ਸਿੱਖੀ ਪ੍ਰਤੀ ਅਤੇ ਲੋਕਾਈ ਦੇ ਪ੍ਰਤੀ ਜਿਹੜੀਆਂ ਇਹ ਸੇਵਾਵਾਂ ਦਿੰਦੇ ਆਏ ਨੇ। ਬਹੁਤ ਬਹੁਤ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਆਪਣਾ ਕੀਮਤੀ ਸਮਾਂ ਤੁਹਾਨੂੰ ਦਿੱਤਾ ਹੈ। ਨਾਲ ਹੀ ਨਾਲ ਡਾਕਟਰ ਪ੍ਰਗਟ ਸਿੰਘ ਪੁਰਜੀ ਜਿਹੜੇ ਨੇ ਇਹ ਖਾਸ ਤੌਰ ਤੇ ਸਾਨੂੰ ਸਰੀ ਕੈਨੇਡਾ ਤੋਂ ਜਿਹੜੇ ਜੁੜਨਗੇ, ਪੇਸ਼ੇ ਤੋਂ ਡਾਕਟਰ ਹੈਗੇ ਨੇ, ਪਰ ਜੇ ਅਸੀਂ ਗੱਲ ਕਰੀਏ ਜਿਸ ਤਰੀਕੇ ਨਾਲ ਜਦੋਂ ਵੀ ਲੋੜ ਪੈਂਦੀ ਹੈ ਇਹ ਹਮੇਸ਼ਾ ਸਿੱਖ ਸਮਾਜ ਵਾਸਤੇ ਅਤੇ ਪੂਰੇ ਲੋਕਾਈ ਦੇ ਭਲੇ ਵਾਸਤੇ ਹਮੇਸ਼ਾ ਅੱਗੇ ਆਉਂਦੇ ਨੇ ਅਤੇ ਹਮੇਸ਼ਾ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਦੇ ਲਈ ਹਮੇਸ਼ਾ ਜਿਹੜਾ ਉਹ ਯੋਗਦਾਨ ਦਿੰਦੇ ਨੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰੋਫੈਸਰ ਸਾਹਿਬ, ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਜਿਹੜੀ ਹੈ ਉਹ ਤੁਹਾਡੇ ਨਾਲ ਕਰਾਂਗਾ। ਪ੍ਰੋਫੈਸਰ ਢੇਸੀ ਜੀ, ਜਿਸ ਤਰੀਕੇ ਨਾਲ ਤੁਸੀਂ ਤਸਵੀਰਾਂ ਵੇਖ ਸਕਦੇ ਹੋ, ਜਿਸ ਤਰੀਕੇ ਨਾਲ ਅੱਜ ਤੁਹਾਡੇ ਸਾਹਮਣੇ ਤੁਹਾਨੂੰ ਦਿਖ ਰਿਹਾ ਕਿ ਸਾਡਾ ਜਿਹੜਾ ਗੁਰੂ ਨਾਨਕ ਨੇ ਸਾਨੂੰ ਇੱਕ ਸਮਝ ਬਖਸ਼ੀ ਸੀ, ਜਿਹੜੀ ਇੱਕ ਸਿੱਖ ਦਿੱਤੀ ਸੀ ਕਿ ਲੋੜਵੰਦਾਂ ਦੀ ਮਦਦ ਕਰਨੀ ਜਿਹੜੀ ਆ ਬਹੁਤ ਜ਼ਰੂਰੀ ਹੈ, ਦਸਵੰਧ ਕੱਢਣਾ ਬਹੁਤ ਜ਼ਰੂਰੀ ਹੈ, ਲੰਗਰ ਦੀ ਪ੍ਰਥਾ ਨੂੰ ਅੱਗੇ ਲੈ ਕੇ ਜਾਣਾ ਬੜਾ ਜ਼ਰੂਰੀ ਹੈ। ਅੱਜ ਕੋਵਿਡ-19 ਨੂੰ ਲੈ ਕੇ ਜਦੋਂ ਪੂਰੀ ਦੁਨੀਆ ਦੇ ਉੱਤੇ ਭੀੜ ਪਈ ਹੈ ਤੇ ਜਦੋਂ ਸਾਡੇ ਗੁਰੂ ਘਰਾਂ ਦੀ ਚਾਰ ਦੀਵਾਰੀਆਂ ਤੋਂ ਬਾਹਰ ਨਿਕਲ ਕੇ ਅਸੀਂ ਉਸ ਲੰਗਰ ਨੂੰ ਲੋੜਵੰਦਾਂ ਤੱਕ ਲੈ ਕੇ ਗਏ ਹਾਂ, ਅੱਜ ਉਹਦੀ ਚਰਚਾ ਪੂਰੀ ਦੁਨੀਆ ਦੇ ਵਿੱਚ ਹੋ ਰਹੀ ਹੈ। ਭਾਵੇਂ ਉਹ ਰਿਵਰਸਾਈਡ ਕੈਲੀਫੋਰਨੀਆ ਦਾ ਗੁਰਦੁਆਰਾ ਹੋਵੇ, ਭਾਵੇਂ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਹੋਵੇ, ਹਰ ਪਾਸੇ ਜਿਹੜਾ ਲੋਕ ਸਜਦਾ ਕਰ ਰਹੇ ਨੇ, ਸਲਾਮ ਕਰ ਰਹੇ ਨੇ। ਕੀ ਕਹੋਗੇ ਇਹਦੇ ਉੱਤੇ? ਸਭ ਤੋਂ ਪਹਿਲਾਂ ਮਨੀਸ਼ ਜੀ, ਚੜ੍ਹਦੀ ਕਲਾ ਦੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਅਕਾਲ ਪੁਰਖ ਸਭ ਦੇ ਅੰਗ ਸੰਗ ਹੋਵੇ ਤਾਂ ਕਿ ਇਸ ਮੁਸੀਬਤ ਤੋਂ ਸੰਗਤ ਦਾ ਛੁਟਕਾਰਾ ਹੋ ਸਕੇ ਜੀ। ਜਿੱਥੋਂ ਤਾਈਂ ਸਿੱਖ ਭਾਈਚਾਰੇ ਦੇ ਸੇਵਾ ਦੇ ਸੰਕਲਪ ਦੀ ਗੱਲ ਹੈ ਕਿ ਕਿਸੇ ਨੂੰ ਗੁੱਝੀ ਨਹੀਂ। ਗੁਰੂ ਸਾਹਿਬ ਨੇ ਸਿੱਖ ਹੋਣ ਦੇ ਨਾਲ ਨਾਲ ਸਿਮਰਨ ਤੋਂ ਵੀ ਵੱਡਾ ਦਰਜਾ ਸੇਵਾ ਨੂੰ ਦਿੱਤਾ। ਆਪਾਂ ਇਹ ਜਾਣਦੇ ਹਾਂ ਇਤਿਹਾਸਕ ਤੌਰ ਤੇ ਮਾਤਾ ਖੀਵੀ ਜੀ ਨੇ ਲੰਗਰ ਦੀ ਪ੍ਰਥਾ ਨੂੰ, ਜਦੋਂ ਖਡੂਰ ਸਾਹਿਬ ਲੋੜਵੰਦ ਆਉਂਦੇ ਸੀ ਤਾਂ ਬਗੈਰ ਕਿਸੇ ਭੇਦਭਾਵ ਦੇ ਲੰਗਰ ਛਕਾਇਆ ਜਾਂਦਾ ਸੀ। ਇਹਨੂੰ ਪੱਕੇ ਪੈਰਿੰਗ ਕੀਤਾ ਔਰ ਬਰਾਬਰੀ ਦਾ, ਸਮਾਨਤਾ ਦਾ ਤੇ ਛੂਟ ਛਾਟ ਤੋਂ ਬਚਾਉਣ ਦਾ, ਜਾਤ ਪਾਤ ਤੋਂ ਬਚਾਉਣ ਦਾ, ਉੱਚ ਨੀਚ ਤੋਂ ਬਚਾਉਣ ਦਾ ਇਹ ਪ੍ਰੈਕਟੀਕਲ ਉਪਰਾਲਾ ਸੀ ਜੀ। ਅਮਲੀ ਤੌਰ ਤੇ ਉਹਨਾਂ ਨੇ ਇਸ ਸੰਕਲਪ ਨੂੰ ਲਾਗੂ ਕੀਤਾ ਔਰ ਜਿਹਨੂੰ ਅਸੀਂ ਸਾਡੇ ਗੁਰਦੁਆਰੇ ਸਾਹਿਬਾਨ ਵਿੱਚ ਲਾਗੂ ਕਰਦੇ ਹਾਂ। ਲੇਕਿਨ ਕਿਤੇ ਸੁਨਾਮੀ ਆਵੇ, ਕਿਤੇ ਅੱਗ ਲੱਗੇ, ਕਿਤੇ ਭੁਚਾਲ ਆਵੇ ਤਾਂ ਸਿੱਖ ਹਾਜ਼ਰ ਹੁੰਦੇ ਆ ਜੀ। ਜੇ ਕਰੋਨਾ ਆਇਆ ਤਾਂ ਕਰੋਨਾ ਵੇਲੇ ਵੀ ਸਿੱਖ ਹਾਜ਼ਰ ਹੋਏ।
ਇਸ ਵੇਲੇ ਆਪਾਂ ਦੇਖ ਸਕਦੇ ਹਾਂ ਕਿ ਉਹ ਬਗੈਰ ਕਿਸੇ ਕਮਿਊਨਿਟੀ ਦੇ ਭੇਦਭਾਵ ਤੋਂ ਲੰਗਰ ਦੀ ਸੇਵਾ ਕਰ ਰਹੇ ਹਨ। ਆਪਾਂ ਵੇਖ ਸਕਦੇ ਹਾਂ ਕਿ ਸਭੇ ਸਾਂਝੀਵਾਲ ਸਦਾਇਨ ਦੇ ਸੰਕਲਪ ਦੇ ਉੱਤੇ ਚੱਲਦੇ ਹੋਇਆ ਸਿੱਖ ਭਾਈਚਾਰੇ ਵੱਲੋਂ ਸਾਰੀਆਂ ਕਮਿਊਨਿਟੀ ਦੀ ਸੇਵਾ ਕੀਤੀ ਜਾ ਰਹੀ ਹੈ। ਔਰ ਇਹ ਗੱਲ ਇੱਕ ਤਾਂ ਨਹੀਂ ਹੋ ਰਹੀ, ਸਾਰੇ ਜਗ੍ਹਾ ਤੇ ਹੋ ਰਹੀ ਹੈ। ਲੋਕਾਂ ਨੇ ਕਈਆਂ ਨੇ ਆਪਣੇ ਗੈਸ ਸਟੇਸ਼ਨਾਂ ਤੇ ਰਾਸ਼ਨ ਫ੍ਰੀ ਰੱਖ ਕੇ ਇਹ ਲਿਖ ਕੇ ਲਾਇਆ ਹੋਇਆ ਕਿ ਸਿੱਖ ਕਮਿਊਨਿਟੀ ਵੱਲੋਂ ਇਹ ਸੇਵਾ ਹੈ। ਉਹ ਵੀ ਤਰੀਕਾ ਹੈ ਜੀ, ਲੇਕਿਨ ਜਿੱਥੇ ਵੱਡੀ ਸੇਵਾ ਰਿਵਰ ਸਾਈਡ ਤੇ ਜਾਂ ਨਿਊਯਾਰਕ ਦੇ ਗੁਰਦੁਆਰੇ ਚ ਹੋ ਰਹੀ ਹੈ ਜਿਹੜੀ, ਉਹ ਬਹੁਤ ਵੱਡੀ ਗੱਲ ਹੈ। ਕਿਉਂਕਿ ਜਦੋਂ ਬਾਹਰ ਨਿਕਲਦੋਂ ਵੀ ਲੋਕ ਡਰਦੇ ਆ, ਜਦੋਂ ਇਹ ਮਹਿਸੂਸ ਹੁੰਦਾ ਹੈ ਕਿ ਮੌਤ ਪਤਾ ਨਹੀਂ ਕਿੱਥੇ ਖੜੀ ਉਡੀਕ ਰਹੀ ਆ, ਉਸ ਵੇਲੇ ਉਪਰਾਲੇ ਕਰਨੇ ਸਿਰਕ ਤੋਂ ਬਿਨਾਂ ਸੰਭਵ ਨਹੀਂ ਹੋ ਸਕਦੇ। ਗੁਰੂ ਸਾਹਿਬ ਨੇ ਜਿਹੜਾ ਗੁਰਮਤਿ ਚਿੰਤਨ ਵਿੱਚ ਸਾਨੂੰ ਸਬਰ ਤੇ ਸਿਦਕ ਤੇ ਮੁਹੱਬਤ ਦਾ ਸੁਨੇਹਾ ਦਿੱਤਾ, ਉਹਨੂੰ ਲਾਗੂ ਕਰਨ ਲਈ ਇਹ ਸੇਵਾ ਦੀ ਭਾਵਨਾ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਤੇ ਸਾਰੇ ਮਨੁੱਖ, ਸਾਰੇ ਜੀ ਸਰਬੱਤ ਦੇ ਭਲੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਨਿਸ਼ਚਿਤ ਤੌਰ ਤੇ ਸਭ ਨੂੰ ਬਰਾਬਰ ਦਾ ਦਰਜਾ ਦਿੰਦੇ ਹਾਂ। ਕਿਸੇ ਹੋਰ ਕੌਮਾਂ ਵੀ ਸੇਵਾ ਦੀ ਭਾਵਨਾ ਰੱਖਦੀਆਂ, ਲੇਕਿਨ ਲੰਗਰ ਵਰਗੀ ਆਰਗੇਨਾਈਜ਼ਡ ਜਿਹੜੀ ਸਿਸਟਮ ਆ ਉਹ ਕਿਤੇ ਨਹੀਂ ਹੈਗਾ। ਆਪਾਂ ਨੂੰ ਕਿਸੇ ਨਾਲ ਕੰਪੇਅਰ ਨਹੀਂ ਕਰਨਾ ਚਾਹੀਦਾ, ਤੁਲਨਾ ਨਹੀਂ ਕਰਨੀ ਚਾਹੀਦੀ, ਲੇਕਿਨ ਇਹ ਗੱਲ ਬੜੀ ਸਾਫ਼ ਆ ਜੀ ਕਿ ਜਦੋਂ ਅੰਦਰ ਵੀ ਸੇਵਾ ਹੁੰਦੀ ਆ, ਬਾਹਰ ਵੀ ਸੇਵਾ ਹੁੰਦੀ ਆ, ਤਾਂ ਹੀ ਇਹ ਸਿੱਖ ਸੰਕਲਪ ਦੇ ਅਨੁਸਾਰ ਸੇਵਾ ਹੁੰਦੀ ਆ। ਕਈ ਵਾਰ ਸੇਵਾ ਕਰਦਿਆਂ ਬਹੁਤ ਲੋਕਾਂ 'ਚ ਹਉਮਤ ਪੈਦਾ ਹੋ ਜਾਂਦੀ ਆ, ਇਹ ਵੀ ਹਉਮਤ ਪੈਦਾ ਹੁੰਦੀ ਹੈ। ਲੇਕਿਨ ਸਿੱਖ ਭਾਈਚਾਰੇ ਵਿੱਚ ਜਦੋਂ ਉਹ ਸੇਵਾ 'ਚ ਹੁੰਦਾ ਹੈ, ਉਦੋਂ ਨਿਮਰਤਾ ਪੈਦਾ ਹੁੰਦੀ ਆ, ਉਦੋਂ ਹਲੀਮੀ ਪੈਦਾ ਹੁੰਦੀ ਆ, ਉਦੋਂ ਆਪਣੇ ਆਪ ਨੂੰ ਨੀਵਾਂ ਸਮਝਦੇ ਸਾਰੇ। ਇੱਥੋਂ ਤੱਕ ਆਪਾਂ ਵੇਖ ਸਕਦੇ ਹਾਂ ਕਿ ਕਿਸੇ ਵੀ ਜਿਹੜੀ ਲੜਾਈਆਂ ਨੇ ਉਹਨਾਂ ਨੂੰ ਸਾਰੀਆਂ ਖਤਮ ਕਰਕੇ ਸਿੱਖ ਭਾਈਚਾਰਾ ਇੱਕ ਤਾਂ ਇਕੱਤਰ ਹੋ ਕੇ, ਜਿਹੜੀ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਗੁਰਦੁਆਰਿਆਂ ਦੀ ਕਮੇਟੀਆਂ ਆਪਸ ਵਿੱਚ ਕਈ ਵਾਰ ਲੜਦੇ ਹਨ, ਉਹਦਾ ਕਾਰਨ ਇਹ ਆ ਕਿ ਉਹ ਸਾਨੂੰ ਬੁਰਾਈ ਹਮੇਸ਼ਾ ਜ਼ਿਆਦਾ ਰੱਖਦੀ ਹੈ, ਅਸੀਂ ਉਹਦਾ ਪ੍ਰਚਾਰ ਵੱਧ ਕਰਦੇ ਹਾਂ। ਬਿਲਕੁਲ ਨੈਗੇਟਿਵ ਸੋਚ ਪੈਦਾ ਹੁੰਦੀ ਹੈ, ਜੀ ਕਿਉਂਕਿ ਜਿੱਥੇ ਵੀ ਦੋ ਬੰਦੇ ਹੋਣਗੇ ਉੱਥੇ ਡਿਫਰੈਂਸਿਸ ਹੋਣਗੇ, ਵਿਚਾਰਾਂ ਦਾ ਭੇਦਭਾਵ ਹੋਏਗਾ। ਗੁਰੂ ਸਾਹਿਬ ਨੇ ਵੀ ਵਿਚਾਰਾਂ ਦੇ ਭੇਦਭਾਵ ਨੂੰ ਐਕਸੈਪਟ ਕੀਤਾ। ਬਿਲਕੁਲ ਪ੍ਰੋਫੈਸਰ ਸਾਹਿਬ, ਮੈਂ ਤੁਹਾਡੇ ਨਾਲ ਬਿਲਕੁਲ ਐਗਰੀ ਕਰਦਾ, ਬਿਲਕੁਲ ਮੈਂ ਤੁਹਾਡੇ ਨਾਲ ਜਿਹੜਾ ਐਗਰੀ ਕਰਦਾ, ਪਰ ਮੈਂ ਇੱਕ ਚੀਜ਼ ਜਿਹੜੀ ਇੱਥੇ ਹੋਰ ਐਡ ਕਰਨਾ ਚਾਹਾਂਗਾ, ਕਿਉਂਕਿ ਜਿਸ ਤਰੀਕੇ ਨਾਲ ਆਪਾਂ ਲੰਮੇ ਸਮੇਂ ਤੋਂ ਇਸ ਮੁਲਕ ਦੇ ਵਿੱਚ, ਖਾਸ ਤੌਰ ਤੇ ਅਮਰੀਕਾ ਦੇ ਵਿੱਚ, ਇੱਕ ਸਵਾਲ ਆਮ ਲੋਕਾਂ ਦੇ ਵਿੱਚ ਪਾ ਰਹੇ ਸਾਂ ਕਿ ਕੀ ਤੁਸੀਂ ਗੁਰੂ ਨਾਨਕ ਨੂੰ ਜਾਣਦੇ ਹੋ, ਅਤੇ ਉਸ ਪ੍ਰਚਾਰ ਦੇ ਲਈ ਅਸੀਂ ਬਹੁਤ ਸਾਰਾ ਜਿਹੜਾ ਆਪਣਾ ਕੋਸ਼ਿਸ਼ ਕੀਤੀ, ਲੋਕਾਂ ਵਿੱਚ ਗਏ, ਆਪਾਂ ਵੱਖ-ਵੱਖ ਤਰੀਕੇ ਦੀਆਂ ਵੀਡੀਓਜ਼ ਬਣਾਈਆਂ, ਲੋਕਾਂ ਦਾ ਓਪੀਨੀਅਨ ਇਕੱਠਾ ਕੀਤਾ, ਉਹਨਾਂ ਕੋਲ ਜਾਣਨ ਦੀ ਕੋਸ਼ਿਸ਼ ਕੀਤੀ। ਬਹੁਤ ਸਾਰੇ ਲੋਕੀ ਕਹਿੰਦੇ ਕਿ ਨਹੀਂ, ਅਸੀਂ ਗੁਰੂ ਨਾਨਕ ਨੂੰ ਨਹੀਂ ਜਾਣਦੇ। ਇਸ ਤਰੀਕੇ ਦੀ ਸਟੱਡੀ ਜਿਹੜੀ ਹੈ ਪਿਛਲੇ ਸਮੇਂ ਦੇ ਵਿੱਚ ਹੋਈ ਹੈ। ਪਰ ਅੱਜ ਔਖੀ ਘੜੀ ਦੇ ਵਿੱਚ ਜਦੋਂ ਸਿੱਖ ਸਮੁਦਾਇ ਖਾਸ ਤੌਰ ਤੇ ਬਾਹਰ ਨਿਕਲਿਆ, ਉਹਨਾਂ ਨੇ ਲੰਗਰ ਲਾਏ ਨੇ, ਵੱਡੀ ਗਿਣਤੀ ਦੇ ਵਿੱਚ ਲੰਗਰ ਜਿਹੜੇ ਲਾ ਕੇ ਜਨਤਾ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਧਰਮ ਦੇ ਵਿੱਚ ਇਹ ਸਿੱਖ ਦਿੱਤੀ ਗਈ ਹੈ ਕਿ ਅਸੀਂ ਜਦੋਂ ਵੀ ਕੋਈ ਲੋੜਵੰਦ ਹੋਵੇ ਉਸ ਦੀ ਮਦਦ ਕਰਨੀ ਹੈ। ਤੇ ਅੱਜ ਮੇਰੇ ਹਿਸਾਬ ਨਾਲ ਜਿਹੜੇ ਬੰਦੇ ਨੇ ਕਦੇ ਗੁਰੂ ਨਾਨਕ ਦੇ ਬਾਰੇ ਨਹੀਂ ਸੁਣਿਆ ਹੋਵੇਗਾ, ਉਹ ਵੀ ਅੱਜ ਇੰਟਰਨੈਟ ਤੇ ਜਾ ਕੇ ਜਿਹੜਾ ਉਹ ਸਟੱਡੀ ਕਰ ਰਿਹਾ ਹੋਵੇਗਾ ਕਿ ਗੁਰੂ ਨਾਨਕ ਕੌਣ ਸਨ, ਜਿਨ੍ਹਾਂ ਨੇ ਅੱਜ ਤੋਂ 525 ਸਾਲ ਪਹਿਲਾਂ ਜਾਂ 550 ਸਾਲ ਪਹਿਲਾਂ ਜਿਹੜਾ ਇਸ ਤਰੀਕੇ ਦੀ ਨਵੀਂ ਇੱਕ ਪਰੰਪਰਾ ਚਲਾਤੀ ਕਿ ਜਿਹੜਾ ਅਸੀਂ ਲੰਗਰ ਲਾਉਣੇ ਨੇ ਅਤੇ ਲੋੜਵੰਦਾਂ ਨੂੰ ਲੰਗਰ ਛਕਾ ਕੇ ਜਿਹੜਾ ਅੱਗੇ ਲੈ ਕੇ ਜਾਣਾ। ਇਹ ਆਪਣੇ ਆਪ 'ਚ ਸਭ ਤੋਂ ਵੱਡੀ ਗੱਲ ਸੀ ਅਤੇ ਅੱਜ ਲੋਕਾਂ ਨੂੰ ਇਹ ਮਜਬੂਰ ਜ਼ਰੂਰ ਕਰੇਗੀ ਅਤੇ ਉਹਨਾਂ ਨੂੰ ਇਹ ਵੀ ਪ੍ਰਣ ਕਰੇਗੀ ਕਿ ਉਹਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਲੋਕਾਂ ਦਾ ਜਿਹੜਾ ਉਹ ਭਲਾ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਰੂਰ ਕਰਨ।
ਸਰਦਾਰ ਗੁਰਮੀਤ ਸਿੰਘ ਜੀ, ਮੈਂ ਤੁਹਾਡੇ ਕੋਲ ਆਉਣਾ। ਪਿੰਡਾਂ ਵਿੱਚ ਹੁਸ਼ਿਆਰਪੁਰ ਵਿੱਚ ਇੱਕ ਗੁਰੂ ਰਾਮਦਾਸ ਜੀ ਨਾਂ ਦੇ ਲੰਗਰ ਚੱਲਦਾ। ਹਾਂਜੀ, ਸਰਦਾਰ ਗੁਰਮੀਤ ਸਿੰਘ ਜੀ, ਕੀ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਜੀ? ਪ੍ਰੋਫੈਸਰ ਸਾਹਿਬ, ਤੁਸੀਂ ਇਸ ਤਰੀਕੇ ਨਾਲ ਸਾਡੇ ਨਾਲ ਬਣੇ ਰਹੋ। ਜੀ ਮਲੇਸ਼ੀਆ ਆ ਰਹੀ। ਹਾਂਜੀ ਸਰਦਾਰ ਗੁਰਮੀਤ ਸਿੰਘ ਜੀ, ਜਿਸ ਤਰੀਕੇ ਨਾਲ ਅੱਜ ਤੁਸੀਂ ਵੇਖ ਰਹੇ ਹੋ ਕਿ ਗੁਰੂ ਨਾਨਕ ਤੇ ਚਲਾਏ ਹੋਏ ਲੰਗਰ ਜਿਹੜੇ ਨੇ ਲਗਾਤਾਰ ਜਿਹੜਾ ਹੈ ਉਹਦੀ ਚਰਚਾ ਜਿਹੜੀ ਹੈ ਦੁਨੀਆ ਭਰ ਦੇ ਵਿੱਚ ਹੋ ਰਹੀ ਹੈ। ਅਸੀਂ ਕੋਈ ਇੱਥੇ ਆਪਣੇ ਆਪ ਨੂੰ ਪ੍ਰਸ਼ੰਸਾ ਕਰਾਉਣ ਵਾਸਤੇ ਨਹੀਂ, ਪਰ ਇੱਕ ਜਿਹੜਾ ਗੁਰੂ ਨਾਨਕ ਦਾ ਸੰਦੇਸ਼ ਸੀ ਉਹ ਗੁਰੂ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਨਿਕਲ ਕੇ ਅਸੀਂ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਉਸ ਪ੍ਰਥਾ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਹੈ, ਜਿਹਨੂੰ ਅੱਜ ਪੂਰੀ ਦੁਨੀਆ ਜਿਹੜੀ ਹੈ ਐਪਰੀਸ਼ੀਏਟ ਕਰ ਰਹੀ ਹੈ। ਅੱਜ ਕੀ ਕਹੋਗੇ ਜਦੋਂ ਤੁਹਾਨੂੰ ਇਹ ਪਤਾ ਲੱਗਦਾ, ਇਸ ਤਰੀਕੇ ਦੀਆਂ ਤਸਵੀਰਾਂ ਤੁਸੀਂ ਸੋਸ਼ਲ ਮੀਡੀਆ ਤੇ ਵੇਖਦੇ ਹੋ ਕਿ ਪੁਲਿਸ ਜਿਹੜੀ ਹੈ ਉਹ ਗੁਰਦੁਆਰਾ ਬੰਗਲਾ ਸਾਹਿਬ ਅਤੇ ਕੈਲੀਫੋਰਨੀਆ ਦੇ ਗੁਰੂ ਘਰ ਦੇ ਵਿੱਚ ਹੂਟਰ ਮਾਰ ਕੇ ਜਿਹੜੀ ਉਹ ਸਲਾਮੀ ਦਿੰਦੀ ਹੈ ਕਿ ਜੋ ਤੁਹਾਡੇ ਵੱਲੋਂ ਸਰਵਿਸ ਕੀਤੀ ਜਾ ਰਹੀ ਹੈ ਉਹਦੇ ਵਾਸਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਕੀ ਕਹੋਗੇ? ਮਨੀਸ਼ ਜੀ, ਜਿੰਨਾ ਵੀ ਤੁਹਾਡੇ ਚੜ੍ਹਦੀ ਕਲਾ ਟੀਵੀ ਦੇ ਸਰੋਤੇ, ਤੁਹਾਨੂੰ ਔਰ ਤੁਹਾਡੇ ਸਾਰੇ ਸਟਾਫ ਨੂੰ ਦਾਸ ਵੱਲੋਂ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਤੁਹਾਡੇ ਕੁਐਸਚਨ ਨੇ ਮਨੀਸ਼ ਜੀ, ਤੁਸੀਂ ਬਹੁਤ ਵਧੀਆ ਉਪਰਾਲੇ ਕਰ ਰਹੇ ਹੋ। ਪਹਿਲੀ ਗੱਲ ਤੇ ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਚੜ੍ਹਦੀ ਕਲਾ ਟੀਵੀ ਦਾ ਤੇ ਸਾਰੇ ਸਟਾਫ ਦਾ, ਜਿਨ੍ਹਾਂ ਨੇ ਸਾਰੇ ਸੰਸਾਰ ਦੇ ਵਿੱਚ ਇਹ ਜੋ ਕੋਵਿਡ-19 ਦਾ ਜੋ ਮੁੱਦਾ ਹੈ ਇਸ ਦੇ ਬਾਰੇ ਤੁਸੀਂ ਸਾਰਿਆਂ ਨੂੰ ਸੁਝਾਅ ਦੇ ਰਹੇ ਹੋ ਔਰ ਕੀ ਕੁਛ ਹੋ ਰਿਹਾ ਦੁਨੀਆ ਤੇ, ਇਹ ਤੁਹਾਡਾ ਬੜਾ ਵੱਡਾ ਉਪਰਾਲਾ ਹੈ। ਜਿਵੇਂ ਤੁਸੀਂ ਕੁਐਸਚਨ ਪੁੱਛਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਕੀ ਕੀਤਾ ਜਾਂ ਅਸੀਂ ਉਹਨਾਂ ਦਾ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਕੀ ਕਰ ਰਹੇ ਹਾਂ। ਜੋ ਗੁਰੂ ਨਾਨਕ ਦੇਵ ਜੀ ਅੱਜ ਨੇ ਜੋ ਇਹ ਪ੍ਰਥਾ ਚਲਾਈ ਸੀ ਲੰਗਰ ਦੀ, ਉਹਨਾਂ ਇਹ ਕਿਹਾ ਸੀ ਕਿ ਸਭੇ ਸਾਂਝੀ ਵਾਲਸ ਦਾ ਹੈ, ਕੋਈ ਨਾ ਦਿਸੇ ਬਾਰਾ ਜੀਓ। ਇਹ ਜਿਹੜੀ ਲੰਗਰ ਦੀ ਪ੍ਰਥਾ ਸੀ ਇਹ ਸਿਰਫ ਸਿੱਖਾਂ ਲਈ ਨਹੀਂ ਸੀ, ਇਹ ਜੋ ਜ਼ਰੂਰਤਮੰਦ ਸੀ, ਕੋਈ ਉਹਦੇ ਵਿੱਚ ਜਾਤ ਪਾਤ ਦੇ ਭੇਦ ਕੋਈ ਨਹੀਂ ਸੀ ਹੈਗੇ, ਪਰ ਉਸ ਦੇ ਉੱਤੇ ਉਸ ਦਿਨ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਜੋ ਸਾਡੀ ਸਿੱਖ ਕਮਿਊਨਿਟੀ ਹੈ ਇਹਨਾਂ ਨੇ ਉਹਦੇ ਉੱਤੇ ਸਦਾ ਖੜ ਕੇ ਪਹਿਰਾ ਦਿੱਤਾ ਹੈ। ਦੁਨੀਆ ਦੇ ਵਿੱਚ ਕਿਤੇ ਵੀ ਕੋਈ ਵੀ ਸੰਕਟ ਆਉਂਦਾ ਹੈ, ਕਿਸੇ ਵੀ ਤਰ੍ਹਾਂ ਦਾ ਕੁਦਰਤੀ ਕਰੋਪੀ ਆ ਜਾਵੇ, ਕੋਈ ਕਿਸੇ ਦੇ ਅੱਗ ਲੱਗ ਜਾਵੇ, ਕਿਤੇ ਲੜਾਈ ਹੋ ਜਾਵੇ ਕਿਸੇ ਵੀ ਮੁਲਕ ਵਿੱਚ, ਜੋ ਸਾਡੇ ਸਿੱਖ ਨੇ ਜੋ ਪਹਿਲਾਂ ਜਾ ਕੇ ਆਪਣੀਆਂ ਜਾਨਾਂ ਦੀ ਨਾ ਪਰਵਾਹ ਕਰਦੇ ਹੋਏ ਜਾ ਕੇ ਦੂਸਰਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ। ਸੋ ਸਿੱਖ ਕੌਮ ਨੇ ਬਹੁਤ ਕੁਝ ਗੁਰੂ ਨਾਨਕ ਦੇਵ ਜੀ ਤੋਂ ਸਿੱਖਿਆ ਹੈ। ਇਸੇ ਤਰ੍ਹਾਂ ਜੇ ਸਾਰੀ ਦੁਨੀਆ ਇਹ ਸੰਦੇਸ਼ ਤੇ ਚੱਲਦੀ, ਉਹਨਾਂ ਕੋਲ ਸਿੱਖ ਕੇ ਤੇ ਸਾਰੀ ਕਨਾਇਤ ਇਹੋ ਹੀ ਕਹਿੰਦੀ ਕਿ ਸਭੇ ਸਾਂਝੀ ਵਾਲ ਸਦਾਇਨ, ਕੋਈ ਨਾ ਦਿਸੇ ਬਾਹਰਾ ਜੀਓ। ਔਰ ਦੂਸਰੇ ਪਾਸੇ ਜਨਤਾ ਨੂੰ ਇਹ ਚਾਹੀਦੀ ਸੀ ਕਿ ਇੱਕ ਪਿਤਾ ਇੱਕ ਕੇ ਹਮ ਬਾਰਕ, ਜੋ ਸਾਰਿਆਂ ਨੂੰ ਇਕੱਠੇ ਹੋ ਕੇ ਮਿਲ ਕੇ ਚੱਲਣਾ ਲੈ ਰਹੀ ਹੈ ਸਾਡੀ ਸਿੱਖ ਕਮਿਊਨਿਟੀ। ਔਰ ਤੁਸੀਂ ਦੇਖ ਰਹੇ ਹੋ ਕਿ ਅੱਜ ਕੋਵਿਡ-19 ਦਾ ਜੀ ਪ੍ਰਧਾਨ ਸਾਹਿਬ, ਜਿਸ ਤਰ੍ਹਾਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜੀ ਅਪੀਲ ਕੀਤੀ ਸੀ, ਖਾਸ ਤੌਰ ਤੇ ਅਸੀਂ ਇੱਕ ਤੁਹਾਡੇ ਕੋਲ ਮੰਗ ਕੀਤੀ ਸੀ, ਸਾਰੇ ਗੁਰੂ ਘਰਾਂ ਕੋਲ ਅਸੀਂ ਮੰਗ ਕੀਤੀ ਸੀ ਕਿ ਸਮਾਂ ਆ ਚੁੱਕਾ ਹੈ ਕਿਉਂਕਿ ਕੋਵਿਡ-19 ਦੇ ਕਰਕੇ ਬਹੁਤ ਸਾਰੇ ਗੁਰੂ ਘਰਾਂ ਦੇ ਜਿਹੜੇ ਵਜ਼ੀਰ ਹੈਗੇ ਨੇ, ਜਿਹੜੇ ਵੱਖ-ਵੱਖ ਮੁਲਕਾਂ ਤੋਂ ਗੁਰੂ ਘਰ ਦੇ ਵਿੱਚ ਸੇਵਾ ਕਰਨ ਲਈ ਆਏ ਨੇ, ਉਹਨਾਂ ਲੋਕਾਂ ਨੂੰ ਇਸ ਵੇਲੇ ਸਭ ਤੋਂ ਜ਼ਿਆਦਾ ਜਿਹੜਾ ਮਾਲੀ ਨੁਕਸਾਨ ਹੋ ਰਿਹਾ ਹੈ ਕਿਉਂਕਿ ਗੁਰੂ ਘਰਾਂ ਦੇ ਵਿੱਚ ਸੰਗਤ ਨਹੀਂ ਆ ਰਹੀ। ਉਹਨਾਂ ਨੂੰ ਇਸ ਵੇਲੇ ਚਿੰਤਾ ਸਤਾ ਰਹੀ ਹੈ ਕਿ ਉਹ ਵੱਡੀਆਂ ਵੱਡੀਆਂ ਟਿਕਟਾਂ ਖਰਚ ਕੇ ਆਏ ਸੀ, ਉਹਨਾਂ ਨੇ ਕਿਸ ਤਰੀਕੇ ਨਾਲ ਅੱਗੇ ਗੁਜ਼ਾਰਾ ਕਰਨਾ ਹੈ। ਪਰ ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਮੈਨੂੰ ਕੱਲ ਪਤਾ ਲੱਗਾ ਕਿ ਤੁਸੀਂ ਖਾਸ ਤੌਰ ਤੇ ਸਾਡੀ ਉਸ ਇੱਕ ਹੁੰਗਾਰੇ ਨੂੰ ਸਿਰ ਮੱਥੇ ਲਿਆ, ਤੁਸੀਂ ਉਸ ਸਾਡੀ ਬੇਨਤੀ ਨੂੰ ਸਵੀਕਾਰ ਕੀਤਾ ਤੇ ਕੱਲ ਤੁਸੀਂ ਮੀਟਿੰਗ ਕਰਕੇ ਇੱਕ ਐਲਾਨ ਵੀ ਕੀਤਾ ਕਿ ਅਸੀਂ ਗੁਰੂ ਘਰ ਦੇ ਵਜ਼ੀਰਾਂ ਨੂੰ ਜਿਹੜਾ ਉਹ ਸਨਮਾਨ ਦੇਵਾਂਗੇ। ਮੈਂ ਜ਼ਰੂਰ ਤੁਹਾਨੂੰ ਬੇਨਤੀ ਕਰਾਂਗਾ ਕਿ ਤੁਸੀਂ ਆਪਣੇ ਵੱਲੋਂ ਜਿਹੜਾ ਜ਼ਰੂਰ ਸੰਗਤਾਂ ਨੂੰ ਦੱਸੋ ਕਿ ਤੁਹਾਡੀ ਗੁਰੂ ਘਰ ਦੀ ਕਮੇਟੀ ਜਿਹੜੀ ਹੈ ਗੁਰੂ ਘਰ ਦੇ ਵਜ਼ੀਰਾਂ ਦਾ ਕਿਸ ਤਰੀਕੇ ਨਾਲ ਮਾਣ ਮੱਤਾ ਕਰਨ ਜਾ ਰਹੀ ਹੈ। ਮਨੀਸ਼ ਜੀ, ਇਹ ਬੜਾ ਵੱਡਾ ਵਧੀਆ ਕੁਐਸਚਨ ਤੁਸੀਂ ਪੁੱਛਿਆ ਕਿ ਸਾਡੇ ਜਿਹੜੇ ਗੁਰੂ ਘਰ ਦੇ ਵਜ਼ੀਰ ਨੇ, ਜਿੰਨੇ ਸਾਡੇ ਸਟਾਫ ਵੀ ਹੈਗਾ ਜਿਹੜੇ ਲੰਗਰ ਵਿੱਚ ਕੰਮ ਕਰਦੇ ਨੇ ਜਾਂ ਜਿਹੜੇ ਸੇਵਾਦਾਰ ਨੇ, ਪ੍ਰਸ਼ਾਦ ਤੇ ਨੇ, ਸਾਰਿਆਂ ਨੂੰ ਅਸੀਂ ਕਮੇਟੀ ਨੇ ਸਲਾਹ ਕਰਕੇ, ਔਰ ਮੈਂ ਸਭ ਤੋਂ ਪਹਿਲਾਂ ਇਹ ਕਹਾਂਗਾ ਕਿ ਸਾਡੇ ਗੁਰੂ ਘਰ ਦੀ ਜੋ ਕਮੇਟੀ ਹੈ, ਸਾਡਾ ਆਪਸੀ ਪਿਆਰ ਬਹੁਤ ਹੀ ਵਧੀਆ ਹੈ। ਜਿਵੇਂ ਢੇਚੀ ਸਾਹਿਬ ਨੇ, ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਉਹਨਾਂ ਪਹਿਲਾਂ ਕਿਹਾ ਸੀ ਕਿ ਥੋੜੇ ਵਾਲੇ ਮਤਭੇਦ ਜਿਹੜੇ
ਕੋਈ ਘਟ ਆਉਂਦਾ ਹੈ, ਸਾਡੇ ਗੁਰੂ ਘਰ ਦੀ ਕਮੇਟੀ ਜਿਹੜੀ ਹੈ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬੜੇ ਪਿਆਰ ਨਾਲ ਇੱਕ ਦੂਸਰੇ ਨਾਲ ਮਿਲ ਕੇ ਸਲਾਹ ਕਰਦੇ ਹਨ ਕਿ ਅੱਜ ਕੀ ਹੋਣਾ ਚਾਹੀਦਾ ਹੈ। ਸੋ ਇਸੇ ਤਰ੍ਹਾਂ ਜਿਹੜਾ ਤੁਹਾਡਾ ਕੁਐਸਚਨ ਹੈ ਕਿ ਉਹਦਾ ਜਵਾਬ ਮੈਂ ਦੇ ਰਿਹਾ ਕਿ ਉਹਨਾਂ ਨੂੰ ਅਸੀਂ ਜਿਹੜੀਆਂ ਰੈਗੂਲਰ ਤਨਖਾਹਾਂ ਨੇ ਉਹ ਅਸੀਂ ਦੇ ਰਹੇ ਹਾਂ ਔਰ ਅੱਗੋਂ ਵੀ ਦੇਵਾਂਗੇ, ਜਿੰਨਾ ਚਿਰ ਇਹ ਸੰਕਟ ਸਾਡੇ ਸਿਰ ਤੇ ਹੈ, ਪੂਰੇ ਸੰਸਾਰ ਦੇ ਸਿਰ ਤੇ ਹੈ, ਸਾਡੇ ਤੇ ਨਹੀਂ। ਪਰ ਜਿਹੜੇ ਸਾਡੇ ਕੋਲ ਜਥੇ ਨੇ, ਕੀਰਤਨੀ ਜਥੇ ਔਰ ਸਾਡੇ ਕੋਲ ਕਥਾਵਾਚਕ ਨੇ, ਢਾਡੀ ਜਥੇ ਨੇ ਸਾਡੇ ਕੋਲ, ਉਹ ਬੜੇ ਵਧੀਆ, ਬਹੁਤ ਹੀ ਵਧੀਆ ਪ੍ਰਚਾਰਕ ਹੁੰਦੇ ਨੇ, ਜਿਨ੍ਹਾਂ ਨੂੰ ਕਿ ਅਸੀਂ ਬੜੇ ਪਿਆਰ ਨਾਲ ਉੱਥੋਂ ਮੰਗਾਉਂਦੇ ਹਾਂ ਕਿ ਉਹਨਾਂ ਕੋਲੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਜੋ ਅਸੀਂ ਆਪ ਪੜ੍ਹਾਈਆਂ ਕੀਤੀਆਂ ਨੇ ਉਸ ਤੋਂ ਜ਼ਿਆਦਾ ਉਹਨਾਂ ਨੇ ਜੋ ਕਿ ਇਹ ਗੁਰਬਾਣੀ ਬਾਰੇ ਪੜ੍ਹਾਈਆਂ ਜ਼ਿਆਦੀਆਂ ਕੀਤੀਆਂ ਨੇ, ਉਹਨਾਂ ਕੋਲ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ, ਜੋ ਕਿ ਉਹਨਾਂ ਦੀਆਂ ਰੈਗੂਲਰ ਤਨਖਾਹਾਂ ਜਿਹੜੀਆਂ ਹੁੰਦੀਆਂ ਨੇ ਜੋ ਉਹਨਾਂ ਨੇ ਕੀਤਾ ਹੁੰਦਾ ਉਸ 'ਤੇ ਅਸੀਂ ਉਹਨਾਂ ਨੂੰ ਦਿੰਦੇ ਹਾਂ। ਪਰ ਇਹ ਸੰਕਟ ਕਰਕੇ ਐਤਕੀ ਉਹਨਾਂ ਦਾ ਉਸ ਤੋਂ ਵੀ ਵੱਧ ਮਾਣ ਕਰ ਰਹੇ ਹਾਂ, ਸੋ ਕਿ ਉਹ ਸਾਡੀ ਵਿੱਚ ਪਹਿਲਾਂ ਵੀ ਮਦਦ ਕਰਦੇ ਰਹੇ ਨੇ, ਆਉਣ ਵਾਲੇ ਸਮੇਂ 'ਚ ਵੀ ਸਾਨੂੰ ਉਹਨਾਂ ਦੀ ਜ਼ਰੂਰਤ ਹੈ। ਪਰ ਉਹਨਾਂ ਦਾ ਸਨਮਾਨ ਕਰਦਾ ਜਿਵੇਂ ਸਾਡਾ ਫਰਜ਼ ਬਣਦਾ ਹੈ, ਅਸੀਂ ਉਸ ਤੋਂ ਪੁਆਇੰਟ ਅੱਗੇ ਚੱਲ ਕੇ ਕਰ ਰਹੇ ਹਾਂ। ਸੋ ਜਿਹੜੀ ਮੈਂ ਪ੍ਰਧਾਨ ਸਾਹਿਬ ਜ਼ਰੂਰ ਤੁਹਾਨੂੰ ਬੇਨਤੀ ਕਰਾਂਗਾ ਕਿ ਬਹੁਤ ਸਾਰੇ ਗੁਰੂ ਘਰਾਂ ਨੂੰ ਵੀ ਪਤਾ ਲੱਗੇ ਜਿਹੜੇ ਅਜੇ ਤੱਕ ਸਿਰਫ ਉਹਦੀ ਪਲੈਨਿੰਗ ਕਰ ਰਹੇ ਨੇ। ਜੇ ਤੁਸੀਂ ਮਾਇਆ ਦੇ ਬਾਰੇ ਦੱਸ ਸਕੋ ਕਿ ਕਿੰਨੀ ਮਾਇਆ ਦੇ ਰਹੇ ਹੋ ਤਾਂ ਆਪਣੇ ਆਪ 'ਚ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਪਤਾ ਲੱਗੇਗਾ ਕਿ ਆਪਾਂ ਵੀ ਕਿਸ ਤਰੀਕੇ ਨਾਲ ਅੱਗੇ ਵੱਧ ਕੇ ਜਿਹੜਾ ਉਹ ਉਹਨਾਂ ਦੀ ਸੇਵਾ ਭਾਵ ਕਰਨੀ ਹੈ। ਜ਼ਰੂਰ ਅਗਰ ਤੁਸੀਂ ਦੱਸ ਸਕਦੇ ਹੋ ਤਾਂ। ਇਹ ਮਨੀਸ਼ ਜੀ, ਅਸੀਂ $2000 ਜਥੇ ਨੂੰ ਤੇ $1000 ਜੋ ਕਿ ਕਥਾਵਾਚਕ ਨੇ ਉਹਨਾਂ ਨੂੰ ਦੇਣ ਦਾ ਜੋ ਵਿਚਾਰ ਕੀਤਾ ਹੈ, ਔਰ ਵੇਖਾਂਗੇ ਜੇ ਉਹਨਾਂ ਦੇ ਕੋਲ ਜੇ ਇਹ ਇਨਫ ਹੋਇਆ, ਨਹੀਂ ਤੇ ਅਸੀਂ ਇਸ ਨੂੰ ਵਧਾ ਵੀ ਸਕਦੇ ਹਾਂ। ਔਰ ਸਾਡੇ ਕੋਲ ਜਿਹੜੇ ਸਾਡਾ ਸਟਾਫ ਹੈ, ਜਿਹੜੇ ਸਾਡੇ ਗ੍ਰੰਥੀ ਨੇ, ਉਹਨਾਂ ਨੂੰ ਅਸੀਂ ਰੈਗੂਲਰ ਤਨਖਾਹਾਂ ਦੇ ਰਹੇ ਹਾਂ ਔਰ ਉਹਨਾਂ ਦਾ ਅਸੀਂ ਬਹੁਤ ਜ਼ਿਆਦਾ ਮਾਣ, ਹਰ ਰੋਜ਼ ਅਸੀਂ ਉਹਨਾਂ ਨੂੰ ਕਾਲਾਂ ਕਰਕੇ ਕੋਈ ਵੀ ਚੀਜ਼ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਵਧੀਆ ਖਾਣ ਪੀਣ ਨੂੰ ਦਿਲ ਕਰੇ ਉਹ ਅਸੀਂ ਫਰੈਸ਼ ਲਿਆ ਕੇ ਦਿੰਦੇ ਹਾਂ ਔਰ ਉਹਨਾਂ ਨੂੰ ਐਡਵਾਂਸ ਅਸੀਂ ਦੱਸ ਛੱਡਦੇ ਹਾਂ, ਜਿਹੜੀ ਵੀ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਸਾਨੂੰ ਇੱਕ ਦਿਨ ਪਹਿਲਾਂ ਲਿਸਟ ਦਿਓ, ਤੁਹਾਨੂੰ ਵੀ ਅਸੀਂ ਪਹੁੰਚਾਵਾਂਗੇ। ਔਰ ਗੁਰੂ ਘਰ ਤੋਂ ਜੋ ਬਾਬਾ ਮੱਕੜ ਸ਼ਾਹ ਲਬਾਣਾ ਦੇ ਆਨਲਾਈਨ ਸਾਨੂੰ ਕਾਲਾਂ ਆਉਂਦੀਆਂ ਨੇ, ਕਿਸੇ ਹਸਪਤਾਲ ਜਿਵੇਂ ਕਿਸੇ ਵੀ ਜ਼ਰੂਰਤਮੰਦ ਜਗ੍ਹਾ 'ਤੇ ਲੰਗਰ ਦੀ ਲੋੜ ਹੁੰਦੀ ਹੈ, ਉੱਥੇ ਅਸੀਂ ਇੱਕ ਦਿਨ ਪਹਿਲਾਂ ਕਾਲ ਆ ਜਾਵੇ ਤਾਂ ਜਿੰਨਾ ਮਰਜ਼ੀ ਅਸੀਂ ਲੰਗਰ ਬਣਾ ਦਿੰਦੇ ਹਾਂ। ਕਈ ਵਾਰੀ ਸੇਮ ਡੇ ਸਾਨੂੰ ਕਾਲਾਂ ਕਰਦੇ ਨੇ, ਫਿਰ ਵੀ ਅਸੀਂ 500-600 ਬੰਦੇ ਦਾ ਲੰਗਰ ਬਣਾ ਕੇ ਭੇਜ ਦਿੰਦੇ ਹਾਂ। ਸੋ ਇਹ ਬਹੁਤ ਹੀ ਵੱਡਾ ਜੋ ਸਾਡੇ ਪ੍ਰਬੰਧਕਾਂ ਦਾ ਉਪਰਾਲਾ ਹੈ, ਕਿਉਂਕਿ ਜੋ ਅੱਜ ਲੋੜ ਹੈ ਇਸ ਚੀਜ਼ ਦੀ ਲੋੜ ਤਾਂ ਹੈ ਕਿ ਜੋ ਡਾਕਟਰ ਅਤੇ ਨਰਸਾਂ ਔਰ ਜਿੰਨੇ ਮੇਰੇ ਵੀਰ ਭੈਣ ਜੋ ਹਸਪਤਾਲਾਂ ਵਿੱਚ ਭਾਵੇਂ ਕੋਈ ਸਫਾਈ ਦਾ ਵੀ ਕੰਮ ਕਰਦਾ ਹੈ, ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਮੈਂ ਸਲੂਟ ਕਰਦਾ ਹਾਂ, ਕਿਉਂਕਿ ਉਹ ਜਿਹੜੇ ਨੇ ਓਵਰ ਟਾਈਮ ਕੰਮ ਜਿਵੇਂ 15-16 ਘੰਟੇ ਕਈ 20 ਘੰਟੇ ਵੀ ਕੰਮ ਕਰ ਰਹੇ ਹਨ ਔਰ ਉਹਨਾਂ ਕੋਲ ਆਪਣੇ ਫੂਡ ਬਣਾਉਣ ਵਾਸਤੇ ਟਾਈਮ ਨਹੀਂ ਹੈਗਾ। ਉਹਨਾਂ ਦੇ ਵਾਸਤੇ ਅਸੀਂ ਫੂਡ ਬਣਾ ਕੇ ਤੇ ਉਹਨਾਂ ਨੂੰ ਭੇਜਦੇ ਹਾਂ। ਸੋ ਗੁਰੂ ਨਾਨਕ ਦੇਵ ਜੀ ਦੀ ਚਲਾਈ ਹੋਈ ਪ੍ਰਥਾ ਉਹਦੇ ਵਿੱਚ ਅਸੀਂ ਵਿਸ਼ਵਾਸ ਰੱਖਦੇ ਹਾਂ। ਬਿਲਕੁਲ ਪ੍ਰਧਾਨ ਸਾਹਿਬ, ਇਸੇ ਤਰੀਕੇ ਨਾਲ ਸਾਡੇ ਨਾਲ ਬਣੇ ਰਹੋ। ਅਸੀਂ ਡਾਕਟਰ ਇਸ ਵੇਲੇ ਪ੍ਰਗਟ ਸਿੰਘ ਹੋਣਾ ਕੋ ਚੱਲਦੇ ਹਾਂ। ਡਾਕਟਰ ਪ੍ਰਗਟ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਵੀ ਆਪਣਾ ਕੀਮਤੀ ਸਮਾਂ ਦਿੱਤਾ। ਡਾਕਟਰ ਪ੍ਰਗਟ ਸਿੰਘ ਜੀ, ਜਦੋਂ ਤੁਸੀਂ ਇਹ ਸਾਰਾ ਕੁਝ ਸੁਣ ਰਹੇ ਹੋ, ਮੈਂ ਤੁਹਾਡਾ ਸੋਸ਼ਲ ਮੀਡੀਆ ਵੀ ਜਿਹੜਾ ਫਰੋਲ ਰਿਹਾ ਸੀ ਕੁਝ ਸਮਾਂ ਪਹਿਲਾਂ, ਤੁਸੀਂ ਵੀ ਖਾਸ ਤੌਰ 'ਤੇ ਜਿਹੜੀ ਹੈ ਰਿਵਰ ਸਾਈਡ ਗੁਰੂ ਘਰ ਦੀ ਤਸਵੀਰ ਹੈ, ਉਹ ਜਿਹੜੇ ਪਲ ਨੇ, ਇਤਿਹਾਸਕ ਪਲ ਨੇ, ਜਿਹਦੇ ਵਿੱਚ ਬਹੁਤ ਕਹਿ ਸਕਦੇ 10 ਦੇ ਪ੍ਰਤੀ ਪੁਲਿਸ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਹੋਟਲ ਮਾਰ ਕੇ ਜਿਹੜੀਆਂ ਉੱਥੇ ਸਜਦਾ ਕਰਕੇ ਬਾਹਰ ਆਉਂਦੀਆਂ ਨੇ, ਸਲਾਮ ਕਰਕੇ ਆਉਂਦੀਆਂ ਨੇ ਕਿ ਅਸੀਂ ਝੁਕਦੇ ਹਾਂ, ਆਪਣਾ ਸਿਰ ਝੁਕਾਉਂਦੇ ਹਾਂ ਉਸ ਪ੍ਰਥਾ ਅੱਗੇ, ਜਿਹੜੀ ਪ੍ਰਥਾ ਜਿਹੜੀ ਇਸ ਕਰਕੇ ਚਲਾਈ ਗਈ ਸੀ ਕਿ ਕੋਈ ਵੀ ਭੁੱਖਾ ਜਿਹੜਾ ਉਹ ਨਾ ਸੋਵੇ। ਜਦੋਂ ਇਹ ਸਾਰੇ ਦ੍ਰਿਸ਼ ਤੁਸੀਂ ਆਪਣੀ ਅੱਖਾਂ ਨਾਲ ਵੇਖਦੇ ਹੋ, ਕਿੰਨੀ ਕੁ ਖੁਸ਼ੀ ਜਿਹੜੀ ਅੰਦਰੋਂ ਹੁੰਦੀ ਹੈ ਜੀ ਤੁਹਾਨੂੰ? ਪਹਿਲਾਂ ਤਾਂ ਸਾਰੇ ਹੀ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਪਹਿਲੀ ਵਾਰ ਚੜ੍ਹਦੀ ਕਲਾ ਟੈਲੀਵਿਜ਼ਨ 'ਚ ਸ਼ਿਰਕਤ ਕਰ ਰਿਹਾ। ਮੈਂ ਲੋਕਲੀ ਕਾਫੀ ਇੱਥੇ ਵੈਂਕੂਵਰ, ਸਰੀ ਦੇ ਵਿੱਚ ਰੇਡੀਓ ਟੈਲੀਵਿਜ਼ਨ ਦੇ ਵਿੱਚ ਕਰਦਾ ਰਹਿਣਾ। ਸੋ ਮਨੀਸ਼ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਮੌਕਾ ਦਿੱਤਾ ਰੂਬਰੂ ਹੋਣ ਦਾ। ਦੇਖੋ, ਜਿਹੜਾ ਸਿੱਖ ਪਾਪੂਲੇਸ਼ਨ ਹੈ, ਡਾਇਸਪੋਰਾ, ਭਾਵੇਂ 25 ਮਿਲੀਅਨ ਆਪਾਂ ਹਿੰਦੁਸਤਾਨ 'ਚ ਆ, 5 ਮਿਲੀਅਨ ਆਊਟਸਾਈਡ ਆ, ਲੇਕਿਨ ਅਸੀਂ ਸਾਰੇ ਡਿਵੋਟਿਡ ਆ। ਔਰ ਕਈ ਵਾਰ ਇੱਕ ਗੱਲ ਹੁੰਦੀ ਆ ਵੀ ਜਿਹੜੇ ਆਪਾਂ ਗੱਲਾਂ ਕਰਦੇ ਨਾ ਮੂੰਹ ਰਾਹੀਂ,
ਉਹਦੇ ਨਾਲੋਂ ਕਈ ਵਾਰ ਤੁਹਾਡੇ ਐਕਸ਼ਨ ਜਿਹੜੇ ਉਹ ਜ਼ਿਆਦਾ ਗੱਲਾਂ ਕਰਦੇ ਆ। ਜਿਹੜੇ ਹੁਣ ਤੁਹਾਡੇ ਜਿਹੜੇ ਐਕਸ਼ਨ ਸੀ ਉਹ ਸਾਹਮਣੇ ਆਏ ਤਾਂ ਕੁਦਰਤੀ ਤੌਰ ਤੇ ਜਿਹੜੇ ਗੋਰਿਆਂ ਨੇ ਉਹਨੂੰ ਐਕਨੋਲੇਜ ਕੀਤਾ। ਰਿਵਰਸਾਈਡ ਕੈਲੀਫੋਰਨੀਆ ਦੇ ਵਿੱਚ ਨਿਊਜ਼ੀਲੈਂਡ ਦੀ ਵੀ ਮੈਂ ਵੀਡੀਓ ਪਾਈ ਆ, ਜਿਹੜਾ ਫੈਸਲਾਬਾਦ ਪਾਕਿਸਤਾਨ ਉਹਦੇ ਵਿੱਚ ਵੀ ਸਿੱਖ ਕਰ ਰਹੇ ਆ, ਔਰ ਉੱਥੇ ਮੈਜੋਰਿਟੀ ਆਫ ਪੋਪੂਲੇਸ਼ਨ ਮੁਸਲਿਮ ਹੈ ਜਿਹੜੀ ਲੰਗਰ ਵਾਸਤੇ ਆ ਰਹੀ ਹੈ। ਔਰ ਇਹਦੇ ਵਿੱਚ ਅਸੀਂ ਪਿਛੋਕੜ 'ਚ ਜਾਈਏ ਤਾਂ ਜਦ ਸੱਚੇ ਸੌਦੇ ਵਾਸਤੇ ਮਹਾਰਾਜ ਨੂੰ ਉਹਨਾਂ ਦੇ ਪਿਤਾ ਜੀ ਨੇ ਮਹਿਤਾ ਕਲਿਆਣ ਦਾਸ ਜੀ ਤੇ ਉਹਨਾਂ ਦੇ ਦਾਦਾ ਜੀ ਸ਼ਿਵਨਾਥ ਤੇ ਦਾਦੀ ਜੀ ਬਨਾਰਸੀ ਜੀ, ਉਹਨਾਂ ਦੀ ਸਿੱਖ ਦੇ ਨਾਲ ਜਿਹੜੇ 20 ਰੁਪਏ ਦਿੱਤੇ ਸੀ ਉਸ ਤੋਂ ਸੱਚਾ ਸੌਦਾ ਔਰ ਲੰਗਰ ਦੀ ਪ੍ਰਥਾ ਸ਼ੁਰੂ ਹੋਈ। ਔਰ ਸਾਡਾ ਇਹ ਇੰਸਟੀਟਿਊਸ਼ਨ ਹੈਗਾ ਲੰਗਰ ਸੰਗਤ ਔਰ ਪੰਗਤ, ਔਰ ਇਹਦੇ ਵਿੱਚ ਕੋਈ ਉੱਚ ਨੀਚ ਨਹੀਂ ਹੈਗੀ। ਰਾਜਾ ਰੰਕ ਦੋਵੇਂ ਇੱਕ ਸਮਾਨ ਆ। ਧਰਮ ਮੰਨਦਾ ਧਰਮ ਨਹੀਂ ਮੰਨਦਾ ਉਹਦਾ ਵੀ ਸਤਿਕਾਰ ਆ, ਜਿਹੜੇ ਮਰਜ਼ੀ ਮਜ਼ਹਬ ਦਾ ਹੈਗਾ। ਕਿਉਂਕਿ ਜਿਹੜਾ ਸਰੀਰ ਆ 50 ਟ੍ਰਿਲੀਅਨ ਸੈੱਲ ਦਾ ਬਣਿਆ, ਇਹਨੂੰ ਭੁੱਖ ਲੱਗਣੀ ਆ, ਇਹਨੂੰ ਰੋਟੀ ਦੀ ਲੋੜ ਹੈਗੀ ਆ। ਔਰ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਜਦ ਸਾਨੂੰ ਪੋਜ਼ਿਟਿਵ ਕਵਰੇਜ ਮਿਲਦੀ ਹੈ, ਕਿਉਂਕਿ ਅਸੀਂ 5th ਲਾਰਜੈਸਟ ਰਿਲੀਜਨ ਜ਼ਰੂਰ ਹੈਗੇ ਆ, ਲੇਕਿਨ ਕਈ ਵਾਰ ਸਾਨੂੰ ਇੰਨੀ ਪੋਜ਼ਿਟਿਵ ਕਵਰੇਜ ਨਹੀਂ ਮਿਲਦੀ ਜਿੰਨੀ ਹੁਣ ਮਿਲ ਰਹੀ ਆ। ਔਰ ਇਹ ਸਾਡਾ ਪ੍ਰੈਕਟੀਕਲ ਸਿਧਾਂਤ ਹੈਗਾ ਜਿਹੜਾ ਲੰਗਰ ਦਾ, ਕਿਸੇ ਨੂੰ ਭੁੱਖਾ ਨਹੀਂ ਜਾਣ ਦੇਣਾ। ਇੱਥੇ ਲੋਅਰ ਮੇਨਲੈਂਡ ਵੈਂਕੂਵਰ 'ਚ ਵੀ ਦਸਮੇਸ਼ ਦਰਬਾਰ ਗੁਰਦੁਆਰਾ ਸਾਹਿਬ, ਦੁੱਖ ਨਿਵਾਰਨ ਗੁਰਦੁਆਰਾ ਸਾਹਿਬ, ਇਹਨਾਂ ਨੇ ਵੀ ਬੜਾ ਸੋਹਣਾ ਮੁਹਿੰਮ ਚਲਾਇਆ। ਜਿਹੜੀ ਮੇਰੀ ਵਾਈਫ ਹੈਗੀ ਆ ਉਹ ਮਾਸਕ ਸੀ ਰਹੀ ਹੈ, ਕਿਉਂਕਿ ਇੱਥੇ ਨਾਨ ਮੈਡੀਕਲ ਮਾਸਕ ਜਿਹੜੇ ਹੈਗੇ ਸ਼ਾਰਟੇਜ ਵੀ ਹੋ ਗਈ ਸੀ। ਮੇਰੀ ਇੱਕ ਬੇਟੀ ਐਕਚੁਅਲੀ ਨਿਊਯਾਰਕ 'ਚ ਫਰੰਟ ਲਾਈਨ 'ਚ ਕੰਮ ਕਰ ਰਹੀ ਹੈ ਕੋਵਿਡ ਪੇਸ਼ੈਂਟਸ ਦੇ ਨਾਲ, ਡਾਕਟਰ ਨਵਪ੍ਰੀਤ ਕੌਰ ਜੀ। ਇੱਕ ਬੇਟੀ ਮੇਰੀ ਇੱਥੇ ਫਰੇਜ਼ਰ ਹੈਲਥ ਚਿਲੀਵੈਕ ਹੈਗਾ ਸ਼ਹਿਰ ਬਿਲਕੁਲ ਲਾਗੇ ਐਬਟਸਫੋਰਡ ਦੇ, ਉੱਥੇ ਹੈਗੀ ICU 'ਚ। ਸੋ ਸਾਡਾ ਪੂਰਾ ਪਰਿਵਾਰ ਜਿਹੜਾ ਹੈਗਾ ਡਿਵੋਟਿਡ ਹੈ ਹੈਲਥ ਕੇਅਰ ਦੇ ਉੱਤੇ ਤੇ ਸੇਵਾ ਭਾਵਨਾ ਦੇ ਉੱਤੇ। ਹੁਣ ਗੱਲ ਇਹ ਹੁੰਦੀ ਆ ਵੀ ਅਸੀਂ ਇਹ ਕਰਦੇ ਰਹੀਏ, ਔਰ ਜਿਹੜੀ ਇਹਨਾਂ ਛੋਟੀ ਛੋਟੀਆਂ ਨੈਗੇਟਿਵ ਗੱਲਾਂ ਉਹ ਆਪੇ ਹੀ ਥੱਲੇ ਚਲੇ ਜਾਂਦੀਆਂ, ਕਿਉਂਕਿ ਜਿਹੜੀ ਪੋਜ਼ਿਟਿਵਿਟੀ ਆ ਉੱਪਰ ਨੂੰ ਰਹਿੰਦੀ ਆ। ਦੂਜੀ ਗੱਲ ਜਿਹੜੀ ਸੇਵਾ ਭਾਵਨਾ, ਜਿੱਥੇ ਬਾਹਰ ਅਸੀਂ ਕਿਸੇ ਦੀ ਮਦਦ ਕਰ ਰਹੇ ਨਾ, ਤੁਹਾਡੇ ਅੰਦਰ ਗੁੱਡ ਹਾਰਮੋਨਸ ਪੈਦਾ ਹੁੰਦੇ ਆ, ਆਕਸੀਟੋਸਿਨ, ਡੋਪਾਮਾਈਨ, ਉਹ ਤੁਹਾਡੇ ਬ੍ਰੇਨ ਦੇ ਵਿੱਚ ਅੱਛੀ ਅੱਛੀ ਚੀਜ਼ਾਂ ਮੌਜੂਦ ਕਰਦੇ ਆ। ਤੁਹਾਨੂੰ ਖੁਸ਼ੀ, ਖੇੜਾ, ਸਕੂਨ, ਮੈਤਰੀ, ਕਰੁਣਾ, ਔਰ ਤੁਹਾਨੂੰ ਉਹ ਦੈਵੀ ਗੁਣ ਦਿੰਦੇ ਆ, ਕਿਉਂਕਿ ਮਹਾਰਾਜ ਖੁਦ ਕਹਿੰਦੇ ਆ ਵੀ ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਗੁਣਾਂ ਦੇ ਧਾਰਨ ਕਰਨ ਤੋਂ ਬਗੈਰ ਭਗਤੀ ਨਹੀਂ ਹੁੰਦੀ। ਸੋ ਉਹਦੇ ਵਿੱਚ ਸੇਵਾ ਇੱਕ ਬਹੁਤ ਵੱਡਾ ਗੁਣ ਹੈਗਾ, ਜਿਹਦੇ ਨਾਲ ਤੁਹਾਡੇ ਅੰਦਰ ਜਿਹੜਾ ਹੈਗਾ ਤੁਹਾਡਾ ਅੰਤਿਸ਼ਕਰਨ ਵੀ ਮੰਨਿਆ ਜਾਂਦਾ, ਤੁਹਾਡਾ ਇਮਿਊਨ ਸਿਸਟਮ ਵੀ ਸਟਰੋਂਗ ਹੋ ਜਾਂਦਾ, ਤਾਂ ਕਿ ਕਰੋਨਾ ਵਰਗੇ ਵਾਇਰਸ ਆ ਵੀ ਜਾਣ ਅਗਰ ਬਾਈ ਚਾਂਸ ਤੁਹਾਡੇ ਅੰਦਰ, ਤੇ ਤੁਸੀਂ ਫਾਈਟ ਵੀ ਕਰ ਸਕਦੇ ਹੋ। ਕੈਨੇਡਾ ਦੇ ਵਿੱਚ 92% ਲੋਕ ਜਿਹੜੇ ਕਰੋਨਾ ਦੇ ਸੀ ਉਹ ਘਰਾਂ 'ਚ ਬੈਠ ਕੇ ਹੀ ਠੀਕ ਹੋ ਰਹੇ, ਸਿਰਫ 7-8% ਹਸਪੀਟਲ ਜਾਣ ਦੀ ਲੋੜ ਪਈ, ਕੁਝ 2% ICU 'ਚ। ਮੈਂ ਜਾਣਦਾ ਵੀ ਅਮਰੀਕਾ 'ਚ ਬਹੁਤ ਜ਼ਿਆਦਾ ਪੋਜ਼ਿਟਿਵ ਕੇਸਿਸ ਆ, ਬਹੁਤ ਜ਼ਿਆਦਾ ਜਾਨਾਂ ਦੀ ਜਿਹੜੀ ਹੈਗੀ ਆ ਮਤਲਬ ਲਾਸ ਹੋਇਆ। ਅਗਰ ਆਪਾਂ ਕੈਨੇਡਾ 'ਚ ਦੇਖੀਏ ਤੇ ਮੋਸਟਲੀ ਜਿਹੜੇ ਰੈਸੀਡੈਂਸ਼ੀਅਲ ਕੇਅਰ ਹੋਮ 'ਚ ਬਜ਼ੁਰਗ ਸਨ, ਕਰੀਬਨ 60 to 70% ਜਿਹੜੀ ਸਾਡੀ 2600 ਦੀ ਡੈਥ ਹੈ ਉਹਦੇ ਵਿੱਚ ਹੈਗੀ ਆ, ਔਰ ਕਰੀਬਨ 4600 ਪੋਜ਼ਿਟਿਵ ਕੇਸਿਸ ਹੈਗੇ ਆ। ਲੇਕਿਨ ਜਿਹੜਾ ਨਾ ਸੇਵਾ ਕਰਤ ਹੋਏ ਨਹਿ ਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ, ਸੇਵਾ ਬਹੁਤ ਸੁਖਾਲਾ ਮਾਰਿਆ ਗਿਆ। ਤੁਸੀਂ ਦੇਖੋ ਮਹਾਰਾਜ ਦੇ 2 ਸਪੁੱਤਰ ਆ, ਹੈਨਾ, ਬਾਬਾ ਲਖਮੀ ਚੰਦ ਤੇ ਬਾਬਾ ਸ੍ਰੀ ਚੰਦ, ਤੇ ਇਹਦੇ ਵਿੱਚ ਬਾਹਰੋਂ ਆ ਕੇ ਭਾਈ ਲੈਣਾ ਸੇਵਾ ਕਰਕੇ ਗੁਰੂ ਦਾ ਅੰਗ ਬਣ ਕੇ ਗੁਰੂ ਅੰਗਦ ਬਣ ਜਾਂਦਾ। ਸੋ ਸੇਵਾ ਦੀ ਇੰਨੀ ਮਹੱਤਤਾ ਹੈਗੀ ਆ, ਔਰ ਸੇਵਾ ਉਹਨਾਂ ਨੇ ਕੀਤੀ ਆ ਬਿਲਕੁਲ ਟੋਟਲ 100% ਡਿਵੋਸ਼ਨ ਦੇ ਨਾਲ। ਅਗਰ ਆਪਾਂ ਗੁਰੂ ਨਾਨਕ ਦੇਵ ਜੀ ਦੇ ਨਾ ਸਿਰਫ ਨਾਂ ਨੂੰ ਐਕਸਪਲੋਰ ਕਰ ਲਈਏ, ਤੁਹਾਨੂੰ ਉੱਥੇ ਪਤਾ ਲੱਗ ਜਾਣਾ ਗੂ ਦਾ ਅਰਥ ਹੁੰਦਾ ਅੰਧੇਰਾ, ਰੂ ਦਾ ਅਰਥ ਹੁੰਦਾ ਉਜਾਲਾ, ਨਾ ਨਕ ਦਾ ਅਰਥ ਹੁੰਦਾ ਨਾ ਅਨੇਕ, ਜੋ ਅਨੇਕਤਾ ਦੀ ਗੱਲ ਨਹੀਂ ਕਰਦਾ, ਸਿਰਫ ਇੱਕ ਦੀ ਗੱਲ ਕਰਦਾ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜੇ, ਕੌਣ ਭਲੇ ਕੋ ਮੰਦੇ। 7.8 ਬਿਲੀਅਨ ਖਲਕਤ ਜਿਹੜੀ ਹੈਗੀ ਆ ਧਰਤੀ ਦੇ ਉੱਤੇ ਆਬਾਦੀ, ਉਹ ਸਾਰੇ ਸਾਡੇ ਭੈਣ ਭਰਾ ਆ, ਉਹ ਸਾਡੇ ਹੀ ਆ। ਸੋ ਇਸ ਲਈ ਜਦੋਂ ਅਸੀਂ ਉਹਨਾਂ ਦੀ ਸੇਵਾ ਕਰਦੇ ਆ, ਅੱਗਿਓਂ ਕੀ ਮਿਲਦਾ? ਅਸੀਸ ਮਿਲਦੀ ਆ, ਰਿਕਗਨੀਸ਼ਨ ਮਿਲਦਾ, ਤੁਹਾਡੇ ਪੇਪਰਾਂ 'ਚ, ਅਖਬਾਰਾਂ 'ਚ, ਟੈਲੀਵਿਜ਼ਨ ਦੇ ਵਿੱਚ ਗੱਲਾਂ ਚੱਲਦੀਆਂ। ਸੋ ਸਾਰਿਆਂ ਨੂੰ ਬੈਨੀਫਿਟ ਹੁੰਦਾ, ਔਰ ਅਸੀਂ ਕੋਈ ਡਿਫਰੈਂਟ ਨਹੀਂ ਹੈਗੇ, ਅਸੀਂ ਸਾਰੇ ਇੱਕੋ ਹੀ ਆ। ਏਕ ਪਿਤਾ ਏਕ ਕਸ ਕੇ ਹਮ ਬਾਰਕ। ਬਿਲਕੁਲ। ਦੂਜਾ ਨਾ ਸਾ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ। ਡਾਕਟਰ ਸਾਹਿਬ ਮੈਂ ਇਹਦੇ 'ਚ ਮੈਂ ਇਹਦੇ 'ਚ ਇੱਕ ਚੀਜ਼ ਕਰਨਾ ਚਾਹੁੰਦਾ, ਇੱਕ ਲੇਮੈਨ ਦੇ ਤੌਰ ਤੇ ਮੈਂ ਜ਼ਰੂਰ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ। ਮੈਂ ਇੰਨਾ ਜ਼ਿਆਦਾ ਧਾਰਮਿਕ ਨਹੀਂ ਹੈਗਾ, ਪਰ ਜਿਹੜੀ ਤੁਸੀਂ ਵਿੱਚ ਇੱਕ ਗੱਲ ਕੀਤੀ ਨਾ ਕਿ ਜਦੋਂ ਤੁਸੀਂ ਕੋਈ ਪੋਜ਼ਿਟਿਵ ਕੰਮ ਕਰਦੇ ਹੋ, ਕੋਈ ਚੰਗਾ ਕੰਮ ਕਰਦੇ ਹੋ, ਤਾਂ ਤੁਹਾਡੇ ਦਿਮਾਗ ਦੇ ਵਿੱਚ ਵੱਖ-ਵੱਖ ਤਰੀਕੇ ਦੇ ਕੈਮੀਕਲਸ ਜਿਹੜਾ ਪੈਦਾ ਹੁੰਦੇ ਨੇ। ਸੋ ਅਸੀਂ ਬਚਪਨ ਦੇ ਵਿੱਚ ਇੱਕ ਗੱਲ ਬੜੀ ਸੋਹਣੀ ਸੁਣਦੇ ਸੀ ਕਿ ਨਾਲੇ ਪੁੰਨ ਤੇ ਨਾਲੇ ਫਲੀਆਂ।
ਵੀ ਇੱਕ ਪਾਸੇ ਤਾਂ ਤੁਸੀਂ ਜੀ, ਜੀ। ਪੁੰਨ ਕਮਾ ਰਹੇ ਹੋ, ਤੇ ਦੂਸਰੇ ਪਾਸੇ ਜਦੋਂ ਤੁਸੀਂ ਇਹ ਪੁੰਨ ਕਰਦੇ ਹੋ ਤੇ ਉਹ ਆਪਣੇ ਆਪ ਤੁਹਾਨੂੰ ਉਹਦਾ ਫਲ ਵੀ ਮਿਲ ਰਿਹਾ ਕਿ ਤੁਹਾਡਾ ਮਾਨਸਿਕ ਤੌਰ ਤੇ ਤੁਸੀਂ ਇੰਨੇ ਕੁ ਜ਼ਿਆਦਾ ਮਜ਼ਬੂਤ ਹੋ ਰਹੇ ਹੋ ਕਿ ਤੁਸੀਂ ਕਿਸੇ ਵੀ ਤਰੀਕੇ ਨਾਲ ਕੋਵਿਡ-19 ਨਾਲ ਲੜਨ ਦੀ ਤੁਹਾਡੇ 'ਚ ਜਿਹੜੀ ਉਹ ਪਾਵਰ ਆ ਰਹੀ ਹੈ। ਇਹ ਆਪਣੇ ਆਪ 'ਚ ਬਹੁਤ ਚੰਗਾ ਹੈਗਾ। ਇਹ ਜਿਹੜੀ ਤੁਸੀਂ ਗੱਲਾਂ ਕੀਤੀਆਂ ਨੇ ਆਪਣੇ ਆਪ 'ਚ ਲੋਕਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਵਾਲੀਆਂ ਵੀ ਨੇ। ਇੱਕ ਪਾਸੇ ਜ਼ਰੂਰ ਅਸੀਂ ਜਦੋਂ ਲਕਾਈ ਦੀ ਸੇਵਾ ਕਰਦੇ ਹਾਂ, ਨਾਲ ਹੀ ਨਾਲ ਅਸੀਂ ਸਮਾਜ ਨੂੰ ਵੀ ਜਿਹੜਾ ਉਹ ਚੜ੍ਹਦੀ ਕਲਾ ਦੇ ਵਿੱਚ ਰੱਖਦੇ ਹਾਂ। ਮੈਂ ਸਰਦਾਰ ਗੁਰਮੀਤ ਸਿੰਘ ਜੀ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਜਿਸ ਤਰੀਕੇ ਨਾਲ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ NRIs ਨੇ ਉਹਨਾਂ ਨੇ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਲੋੜ ਪਈ ਹੈ ਉਸ ਮਦਦ ਨੂੰ ਪਹੁੰਚਾਇਆ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅਗਰ ਗੁਰੂ ਘਰ ਦੇ ਵਿੱਚ ਕੋਈ ਸੁਨੇਹਾ ਦਿੰਦਾ ਹੈ ਕਿ ਅੱਜ ਸਾਨੂੰ ਲੋੜ ਹੈ ਤੇ ਅਸੀਂ 500 ਬੰਦੇ ਤੱਕ ਦਾ ਜਿਹੜਾ ਉਹ ਲੰਗਰ ਇੱਕ ਦਿਨ 'ਚ ਤਿਆਰ ਕਰ ਦਿੰਦੇ ਹਾਂ, ਪਰ ਜੇ ਕੋਈ 24 ਘੰਟੇ ਪਹਿਲਾਂ ਦੱਸਦੇ ਤਾਂ ਅਸੀਂ ਵੱਧ ਵੀ ਕਰ ਸਕਦੇ ਹਾਂ। ਪਰ ਇਸ ਤੋਂ ਵੱਧ ਕੇ ਵੀ ਅਸੀਂ ਕੁਝ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ NRIs ਨੇ, ਜਿਸ ਤਰ੍ਹਾਂ ਗੁਰਦੁਆਰਾ ਬੰਗਲਾ ਸਾਹਿਬ ਹੈਗਾ, ਉਹ ਲਗਾਤਾਰ ਦਿੱਲੀ ਦੇ ਅੱਧੀ ਦਿੱਲੀ ਦਾ ਢਿੱਡ ਭਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਸੀਂ ਉੱਥੇ ਵੀ ਕੋਈ ਮਾਲੀ ਤੌਰ ਤੇ ਉਹਨਾਂ ਨੂੰ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਹਾਂਜੀ ਮਨੀਸ਼ ਜੀ, ਬਹੁਤ ਵਧੀਆ ਕੁਐਸਚਨ ਹੈ ਤੁਹਾਡਾ। ਜੋ ਕਿ ਤੁਸੀਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਿਹਾ ਸੀ ਕਿ ਜੇ ਸਾਨੂੰ ਕੋਈ ਇੱਕ ਦਿਨ ਪਹਿਲਾਂ ਦੱਸ ਦੇਵੇ ਗੁਰੂ ਘਰ ਵਿੱਚ, ਅਸੀਂ ਅੱਜ ਸਵੇਰੇ ਅਸੀਂ 2000 ਬੰਦੇ ਦਾ ਲੰਗਰ ਜਿਹੜਾ ਗੁਰੂ ਘਰ ਤੋਂ ਬਣਾ ਕੇ ਭੇਜਿਆ ਸੀ। ਉਹ ਕਿਉਂਕਿ ਉਹਨਾਂ ਨੇ ਸਾਨੂੰ ਕੱਲ੍ਹ ਦੱਸ ਦਿੱਤਾ ਸੀ। ਜੋ ਬੰਗਲਾ ਸਾਹਿਬ ਗੁਰੂ ਘਰ ਦੀ ਗੱਲ ਕਰਦੇ ਹੋ, ਅਸੀਂ ਆਪਣੇ ਪਰਸਨਲ ਤੌਰ ਤੇ ਸਾਡੇ ਬਹੁਤ ਹੀ ਭਰਾਵਾਂ ਨੇ ਜਿਹੜੇ ਸਾਡੀ ਕਮੇਟੀ ਦੇ ਨੇ, ਗੁਰਦੁਆਰਾ ਬਾਬਾ ਮੱਕੜ ਸ਼ਾਹ ਲਬਾਣਾ ਸਿੱਖ ਸੈਂਟਰ ਦੇ, ਉਹਨਾਂ ਨੇ ਅੰਮ੍ਰਿਤਸਰ ਅਤੇ ਪਰਸਨਲ ਤੌਰ ਤੇ ਦੋਵਾਂ ਥਾਵਾਂ ਤੇ ਪੈਸੇ ਪਹਿਲਾਂ ਬਹੁਤ ਭੇਜੇ ਹਨ। ਔਰ ਅਸੀਂ ਕੱਲ੍ਹ ਹੀ ਇੱਕ ਮੀਟਿੰਗ ਕਰਕੇ ਆਪਣੇ ਜਿਹੜੇ ਅਹੁਦੇਦਾਰ ਸੀ ਉਹਨਾਂ ਦੇ ਨਾਲ ਸਲਾਹ ਕੀਤੀ ਕਿ ਜੋ ਅਸੀਂ ਦੋਵਾਂ ਥਾਵਾਂ ਤੇ, ਜੋ ਕਿ ਅੰਮ੍ਰਿਤਸਰ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬੰਗਲਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 11-11 ਲੱਖ ਦੋਵਾਂ ਨੂੰ ਅਸੀਂ ਇੱਕ ਥੋੜ੍ਹੇ ਦਿਨਾਂ ਦੇ ਵਿੱਚ ਵੀ ਅਸੀਂ ਭੇਜ ਦੇਵਾਂਗੇ। ਅਸੀਂ ਕਾਲਾਂ ਕਰਕੇ ਉਹਨਾਂ ਨੂੰ ਦੱਸ ਦਿੱਤਾ ਹੈ ਕਿ ਤੁਹਾਨੂੰ ਅਸੀਂ ਕੀ ਤੁਸੀਂ ਲਾਈਕ ਕਰਦੇ ਹੋ, ਤੁਹਾਨੂੰ ਪੈਸੇ ਭੇਜ ਦਈਏ ਜਾਂ ਤੁਹਾਨੂੰ ਰਸਦ ਭੇਜੀਏ। ਪਰ ਉਹਨਾਂ ਦਾ ਵੀ ਅੱਗੋਂ ਬਹੁਤ ਵਧੀਆ ਸੁਝਾਅ ਸੀ। ਉਹ ਕਹਿੰਦੇ ਜੇ ਤੁਸੀਂ ਰਸਦ ਭੇਜੋ ਤੇ ਤੁਹਾਡਾ ਡਬਲ ਕੰਮ, ਤੁਹਾਡੀ ਡਬਲ ਸੇਵਾ ਹੈ, ਕਿਉਂਕਿ ਉਸ ਦਾ ਵੀ ਅਸੀਂ ਪ੍ਰਬੰਧ ਕਰਨਾ ਹੈ। ਜੇ ਉਹ ਕਹਿੰਦੇ ਜੇ ਤੁਸੀਂ ਪੈਸੇ ਭੇਜੋਗੇ ਤੇ ਉਹ ਫਿਰ ਅਸੀਂ ਰਸਦ ਕਿਤੋਂ ਖਰੀਦਣ ਜਾਵਾਂਗੇ। ਸੋ ਉਹਨਾਂ ਦੇ ਮੁਤਾਬਕ ਅਸੀਂ 11-11 ਲੱਖ ਦਾ ਜੋ ਉਹਨਾਂ ਨੂੰ ਭੇਜਣੇ ਨੇ ਦੋਵਾਂ ਥਾਵਾਂ ਤੇ। ਸੋ ਇਹ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਗੁਰੂ ਘਰ ਦੇ ਹੈ, ਉਹ ਸਾਰੇ ਸੇਵਾਵਾਂ ਜਿੰਨੇ ਵੀ ਕਰਦੇ ਹਨ, ਸੰਗਤ ਹੈ, ਕਿਸੇ ਵੱਲੋਂ ਇਹ ਕੋਈ ਗੱਲ ਨਹੀਂ ਹੈਗੀ ਕਿਸੇ ਨੇ ਕਿੰਨੇ ਪਾਏ, ਕਿਸੇ ਨੇ ਕਿੰਨੇ ਪਾਏ। ਇਹ ਸਾਰੀ ਗੁਰਦੁਆਰਾ ਬਾਬਾ ਮੱਕੜ ਸ਼ਾਹ ਲਬਾਣਾ ਸਿੱਖ ਸੈਂਟਰ ਦੀ ਜੋ ਸੇਵਾ ਹੈ ਉਹ ਅਸੀਂ ਇੰਡੀਆ ਤੱਕ ਪਹੁੰਚਾ ਰਹੇ ਹਾਂ। ਅਸੀਂ ਇੱਥੇ ਵੀ ਜੋ ਅਸੀਂ ਆਪਣੇ ਪਿੰਡਾਂ ਦੇ ਵਿੱਚ ਪਰਸਨਲ ਤੌਰ ਤੇ, ਉਹ ਵੀ ਮੈਂ ਤੁਹਾਨੂੰ ਦੱਸਣਾ ਕਿ ਬਹੁਤ ਪੈਸੇ ਅਸੀਂ ਪਹਿਲਾਂ ਭੇਜੇ ਹਨ ਆਪਣੇ ਇਲਾਕੇ ਦੇ, ਆਪਣੇ ਜ਼ਿਲ੍ਹਾ ਕਪੂਰਥਲੇ ਦੇ, ਜਿਵੇਂ ਸਾਰਿਆਂ ਦੇ ਵੱਖਰੇ ਵੱਖਰੇ ਜ਼ਿਲ੍ਹੇ ਨੇ। ਭਲੱਥ ਇਲਾਕੇ ਦੇ ਆ ਅਸੀਂ ਹੁਣੇ ਉੱਥੇ ਜਿਹੜੇ ਕਿ ਮਾਰਚ ਦੇ ਸੈਕੰਡ ਵੀਕ ਦੇ ਵਿੱਚ ਜੋ ਕਿ 16 ਜੋੜਿਆਂ ਦੇ, ਅਸੀਂ 16 ਮੁੰਡੇ ਤੇ 16 ਕੁੜੀਆਂ ਤੇ ਜੋ ਲੋੜਵੰਦ ਸੀ ਉਹਨਾਂ ਦੀਆਂ ਸ਼ਾਦੀਆਂ ਕਰਕੇ ਆਏ ਹਾਂ। ਕਿਉਂਕਿ ਉਹ ਹਰ ਸਾਲ ਅਸੀਂ ਉੱਥੇ, ਸਾਡੀ ਇੱਕ ਸੰਸਥਾ ਇੱਕ ਬਣੀ ਹੋਈ ਹੈ ਇੰਡੋ ਅਮਰੀਕਨ ਸੋਸ਼ਲ ਵੈਲਫੇਅਰ ਸੁਸਾਇਟੀ, ਉਹਦੇ ਵਿੱਚ ਅਸੀਂ ਅੱਜ ਤੱਕ 350 ਲੜਕੀਆਂ ਦੇ ਸ਼ਾਦੀਆਂ ਕਰ ਚੁੱਕੇ ਹਾਂ। ਔਰ ਅਸੀਂ ਉੱਥੇ ਪਹਿਲਾਂ ਬਹੁਤ ਸਾਰੇ ਹੋਰ ਵੀ ਕੰਮ ਕੀਤੇ ਹਨ ਜੋ ਕਿ ਲੋੜਵੰਦ ਜਿਨ੍ਹਾਂ ਦੀ ਕੋਈ ਆਮਦ ਨਹੀਂ, ਉਹਨਾਂ ਨੂੰ ਅਸੀਂ ਪੈਨਸ਼ਨ ਦੇ ਤੌਰ ਤੇ ਵੀ ਪੈਸੇ ਦਿੰਦੇ ਸੀ। ਔਰ ਹੁਣ ਅਸੀਂ 200 ਬੱਚਾ ਅਸੀਂ ਅਡਾਪਟ ਕਰਕੇ ਆਏ ਹਾਂ ਆਪਣੇ ਇਲਾਕੇ ਦੇ ਪਿੰਡਾਂ ਵਿੱਚ, ਜਿਨ੍ਹਾਂ ਦੇ ਅਸੀਂ ਖਰਚੇ ਸਕੂਲ ਦੇ ਸਾਰੇ ਜਿੰਨੇ ਵੀ ਹੋ ਸਕਣ ਉਹ ਦੇਵਾਂਗੇ। ਔਰ ਨਾਲ ਅਸੀਂ ਇਹ ਵੀ ਦੱਸਿਆ ਹੈ। ਬਹੁਤ ਵਧੀਆ ਪ੍ਰਧਾਨ ਸਾਹਿਬ, ਮੈਂ ਜ਼ਰੂਰ ਤੁਹਾਨੂੰ ਇੱਥੇ ਇੱਕ ਚੀਜ਼ ਐਡ ਕਰਨਾ ਚਾਹਾਂਗਾ। ਪ੍ਰਧਾਨ ਸਾਹਿਬ, ਤੁਸੀਂ ਬਾਬਾ ਮੱਖਣ ਸ਼ਾਹ ਲਬਾਣਾ ਦੀ ਜਿਹੜੀ ਪ੍ਰਥਾ ਨੂੰ, ਜਿਹੜੀ ਉਹਨਾਂ ਦੀ ਸੋਚ ਸੀ, ਉਸ ਨੂੰ ਬੜਾ ਕੰਟੀਨਿਊ ਰੱਖਿਆ। ਜਿਸ ਤਰ੍ਹਾਂ ਬਾਬਾ ਮੱਖਣ ਸ਼ਾਹ ਲਬਾਣਾ ਉਹਨਾਂ ਨੇ ਬਿਲਕੁਲ ਸੋਚ ਕੇ ਸਾਚਾ ਗੁਰੂ ਲਾਧੋ ਰਹੇ ਨੇ, ਜਿਸ ਤਰ੍ਹਾਂ ਉਹਨਾਂ ਨੇ ਲੱਭਿਆ ਸੀ, ਉਸੇ ਤਰੀਕੇ ਨਾਲ ਤੁਸੀਂ ਵੀ ਜਿਹੜੀ ਦਸਵੰਧ ਹੈਗਾ ਤੁਹਾਡਾ, ਤੁਸੀਂ ਉਹ ਜਗ੍ਹਾ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜਿਹੜੇ ਕਿ ਸਹੀ ਮਾਇਨੇ 'ਚ ਸੇਵਾ ਕਰ ਰਹੇ ਨੇ, ਸਹੀ ਮਾਇਨੇ 'ਚ ਲੋਕਾਂ ਦਾ ਢਿੱਡ ਭਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਲੋੜਵੰਦਾਂ ਦੀ ਜਿਹੜੀ ਮਦਦ ਕਰ ਰਹੇ ਨੇ। ਬਹੁਤ ਵਧੀਆ ਉਪਰਾਲਾ ਹੈਗਾ ਅਤੇ ਇਸੇ ਤਰੀਕੇ ਨਾਲ ਤੁਸੀਂ ਕੰਟੀਨਿਊ ਰਹੋ। ਮੈਂ ਆਪਣੇ ਦਰਸ਼ਕਾਂ ਨੂੰ ਵੀ ਜ਼ਰੂਰ ਇੱਥੇ ਦੱਸਣਾ ਚਾਹਾਂਗਾ ਜਿਨ੍ਹਾਂ ਨੇ ਪਹਿਲੀ ਵਾਰ ਇਸ ਗੁਰੂ ਘਰ ਦੇ ਬਾਰੇ ਸੁਣਿਆ ਹੋਵੇਗਾ, ਮੈਂ ਜ਼ਰੂਰ ਦੱਸਣਾ ਚਾਹੁੰਦਾ ਕਿ ਗੁਰੂ ਘਰ ਦੀ ਕਮੇਟੀ ਇਕਲੌਤੀ ਇਹੋ ਜਿਹੀ ਕਮੇਟੀ ਹੈ ਜਿਨ੍ਹਾਂ ਨੇ ਇੱਕ ਮਤਾ ਪਾਇਆ ਹੋਇਆ ਕਿ ਗੁਰੂ ਘਰ ਦੀ ਕਮੇਟੀ ਦੇ ਵਿੱਚ ਜਿਸ ਬੰਦੇ ਨੇ ਵੀ ਆਉਣਾ ਹੈ, ਉਸਨੇ ਆਪਣੇ ਅਗਰ ਬੱਚੇ ਦਾ ਕਿਸੇ ਨੇ ਵਿਆਹ ਕਰਾਉਣਾ ਹੈ
ਤੇ ਜਾਂ ਉਹਦੇ ਕੋਈ ਪਰਿਵਾਰ ਦੇ ਵਿੱਚੋਂ ਕਿਸੇ ਨੇ ਵਿਆਹ ਕਰਾਉਣਾ ਤੇ ਉਹ ਜਿਹੜਾ ਵਿਆਹ ਜਿਹੜਾ ਹੈ ਉਹ ਬਿਨਾਂ ਦਾਜ ਤੇ ਦਹੇਜ ਦੇ ਹੋਣਾ ਚਾਹੀਦਾ ਹੈ। ਕਿਸੇ ਵੀ ਤਰੀਕੇ ਦੀ ਮੰਗ ਨਹੀਂ ਹੋਵੇਗੀ। ਸਿਰਫ ਜਿਹੜੇ ਨੇ ਉਹ ਜਿਹੜੇ 2 ਕੱਪੜਿਆਂ ਦੇ ਵਿੱਚ ਜਿਹੜਾ ਹੈ ਉਹ ਧੀ ਨੂੰ ਜਿਹੜਾ ਆਪਣੀ ਧੀ ਬਣਾ ਕੇ ਲਿਆਉਣਾ ਪਵੇਗਾ। ਇਹ ਆਪਣੇ ਆਪ 'ਚ ਜਿਹੜੀ ਇਹਨਾਂ ਦੇ ਗੁਰੂ ਘਰ ਵੱਲੋਂ ਇੱਕ ਪ੍ਰਥਾ ਚਲਾਈ ਗਈ ਹੈ ਜਿਹਦੀ ਪੂਰੀ ਦੁਨੀਆ ਦੇ ਵਿੱਚ ਜਿਹੜੀ ਉਹ ਸਿਫਤ ਹੁੰਦੀ ਹੈ। ਇਹ ਆਪਣੇ ਆਪ 'ਚ ਸਭ ਤੋਂ ਚੰਗਾ ਹੈਗਾ। ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਆਉਣਾ, ਡਾਕਟਰ ਪ੍ਰਗਟ ਸਿੰਘ ਜੀ, ਹਰ ਇੱਕ ਚੀਜ਼ ਦੀ ਨਾ ਇੱਕ ਕਹਿੰਦੇ ਨੇ ਕਿ ਇੱਕ ਹਾਈਪ ਹੁੰਦੀ ਹੈ, ਪਰ ਉਸ ਹਾਈਪ ਨੂੰ ਬਰਕਰਾਰ ਰੱਖਣ ਵਾਸਤੇ ਬੜੀ ਸਖਤ ਮਿਹਨਤ ਕਰਨੀ ਪੈਂਦੀ ਹੈ। ਕਹਿੰਦੇ ਕਿ ਤੁਸੀਂ ਪੀਕ ਤੇ ਚਲੇ ਜਾਂਦੇ ਹੋ, ਪਰ ਉਸ ਪੀਕ ਤੇ ਜਿਹੜਾ ਆਪਣੇ ਆਪ ਨੂੰ ਸਟੱਡੀ ਰੱਖਣਾ ਜਿਹੜਾ ਸਭ ਤੋਂ ਔਖਾ ਹੁੰਦਾ ਹੈ। ਅੱਜ ਅਸੀਂ ਜਿਸ ਤਰ੍ਹਾਂ ਗੁਰੂ ਘਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਇਸ ਪ੍ਰਥਾ ਨੂੰ ਅੱਗੇ ਲੈ ਕੇ ਗਏ ਹਾਂ, ਦੁਨੀਆ ਨੂੰ ਦੱਸਿਆ ਕਿ ਅਸੀਂ ਲੋੜਵੰਦਾਂ ਦੀ ਮਦਦ ਕਰਦੇ ਹਾਂ। ਨਿਊ ਜਰਸੀ ਦੇ ਵਿੱਚ ਆਪਾਂ ਗੱਲ ਕਰੀਏ, ਉਹਨਾਂ ਨੇ ਲੈਟ ਸ਼ੇਅਰ ਏ ਮੀਲ ਦਾ ਪ੍ਰਥਾ ਚਲਾਈ ਸੀ। ਇੰਗਲੈਂਡ ਦੇ ਵਿੱਚ ਵੀ ਉਹਨਾਂ ਨੇ ਈਵਨਿੰਗ ਕਿਚਨ ਦੇ ਤੌਰ ਤੇ ਜਿਹੜੀ ਪ੍ਰਥਾ ਚਲਾਈ ਸੀ। ਪਰ ਤੁਹਾਨੂੰ ਕੀ ਲੱਗਦਾ ਕਿ ਹੁਣ ਆਪਾਂ ਇਹਨੂੰ ਕਿਸ ਤਰੀਕੇ ਨਾਲ ਕੰਟੀਨਿਊ ਰੱਖ ਸਕਦੇ ਹਾਂ ਤਾਂ ਜੋ ਜਿਹੜੇ ਲੋਕ ਇਸ ਕਾਰਜ ਨੂੰ ਨਾ ਭੁੱਲ ਸਕਣ ਅਤੇ ਜਿਹੜੇ ਲੋੜਵੰਦ ਨੇ ਇਸ ਕਾਰਜ ਦਾ ਜਿਹੜਾ ਉਹ ਫਾਇਦਾ ਚੁੱਕ ਸਕਣ? ਦੇਖੋ, ਹੁਣ ਆਲਰੇਡੀ ਮੈਨ ਪਾਵਰ ਤੇ ਹੈਗਾ, ਵਿਜ਼ਨ ਵੀ ਹੈਗੀ ਆ, ਰਸਤ ਵੀ ਹੈਗੀ ਆ, ਸਾਡੇ ਕੋਲ ਲੋਕੇਸ਼ਨ ਵੀ ਹੈਗਾ ਜਿੱਥੇ ਸਾਰੀ ਚੀਜ਼ਾਂ ਬਣ ਸਕਦੀਆਂ। ਇਹੀ ਆ ਵੀ ਮੋਟੀਵੇਸ਼ਨ ਜਿਹੜਾ ਹੈਗਾ ਉਹ ਜਾਰੀ ਰਹਿਣਾ ਚਾਹੀਦਾ। ਜੋ ਕੋਵਿਡ ਦਾ ਸਿਲਸਿਲਾ 2 ਸਾਲ ਤੱਕ ਮੈਨੂੰ ਲੱਗਦਾ ਹੈ ਰਹੂਗਾ, ਭਾਵੇਂ ਲਾਕਡਾਊਨ ਹੌਲੀ ਹੌਲੀ ਖੁੱਲੇ, ਲੇਕਿਨ ਮੈਨੂੰ ਲੱਗਦਾ ਵੀ ਸਾਨੂੰ ਕਰੀਬਨ 2 ਸਾਲ ਤੱਕ ਫਿਜ਼ੀਕਲ ਡਿਸਟੈਂਸ ਤੇ ਹੋਰ ਚੀਜ਼ਾਂ ਹੌਲੀ ਹੌਲੀ ਅਦਾਰੇ ਖੁੱਲਣਗੇ। ਉਸ ਤੋਂ ਬਾਅਦ ਠੀਕ ਹੈ, ਕਮਿਊਨਿਟੀ ਫੇਰ ਆਪਣੇ ਪੈਰਾਂ 'ਤੇ ਤੁਰ ਪਊਗੀ, ਸ਼ਾਇਦ ਫੂਡ ਦੀ ਇੰਨੀ ਪ੍ਰੋਬਲਮ ਨਾ ਪਏ। ਲੇਕਿਨ ਤੁਹਾਨੂੰ ਪਤਾ ਹੋਏਗਾ ਜਿਹੜਾ ਕੈਨੇਡਾ ਦੇ ਵਿੱਚ ਵੀ, ਅਮਰੀਕਾ ਦੇ ਵਿੱਚ ਵੀ ਜਿਹੜੇ ਫੂਡ ਬੈਂਕ ਆ ਉੱਥੇ ਬਹੁਤ ਲੋਕੀ ਜਾਂਦੇ ਜਿਹੜੇ ਅਜੇ ਵੀ ਉਹਨਾਂ ਦੇ ਐਂਡਸ ਮੀਟ ਨਹੀਂ ਹੁੰਦੇ। ਸੋ ਸਾਨੂੰ ਇਸ ਵੇਲੇ ਸਾਡੇ ਕੋਲ ਇੱਕ ਮੌਕਾ, ਸਾਡੇ ਕੋਲ ਇੱਕ ਓਪਰਚੁਨਿਟੀ ਆ ਵੀ ਆਪਾਂ ਕਿਉਂ ਨਾ ਮੋਦੀ ਖਾਨਾ, ਕਿਉਂਕਿ ਮਹਾਰਾਜ ਦਾ ਵੀ ਮੋਦੀ ਖਾਨਾ ਸੀ ਜਿੱਥੇ 13 ਦੀ ਗੱਲਾਂ ਹੋਈਆਂ, ਜਾਂ ਕੋਈ ਵੀ ਨਾਂ ਤੁਸੀਂ ਦੇ ਸਕਦੇ ਹੋ ਉਹਨੂੰ, ਉਹ ਇੱਕ ਫੂਡ ਬੈਂਕ ਹੋਵੇ ਵੀ ਜਿੱਥੇ ਸੁੱਕਾ ਫੂਡ ਵੀ ਤੇ ਕੁਕਡ ਫੂਡ ਵੀ ਜਿਹੜੀ ਹੈਗੀ ਆ ਉਹਦੀ ਔਨ ਗੋਇੰਗ ਜਿਹੜੀ ਹੈਗੀ ਆ ਡੇਲੀ ਜਿਹੜੀ ਹੈਗੀ ਆ ਉਹਦੀ ਲੋੜ ਹੁੰਦੀ ਹੋਏ। ਨਾਲ ਅਸੀਂ ਕੱਪੜਿਆਂ ਦਾ ਵੀ ਜਿਹੜਾ ਹੈਗਾ ਸਿਲਸਿਲਾ ਰੱਖ ਸਕਦੇ ਹਾਂ, ਹੋਰ ਜਿਹੜੀ ਲੋੜਵੰਦ ਚੀਜ਼ਾਂ ਹੈਗੀਆਂ, ਕਿਉਂਕਿ ਜਿਹੜਾ ਜੀਵ ਆ ਕਈ ਵਾਰ ਉਹਦੇ ਕੋਲ ਚੀਜ਼ਾਂ ਨਹੀਂ ਹੁੰਦੀਆਂ, ਭਾਵੇਂ ਉਹ ਵਿਚਾਰਾ ਪੂਰੀ ਸ਼ਿਫਟ ਵੀ ਕਰ ਲਵੇ, ਉਹਦੇ ਕੋਲ ਰਿਸੋਰਸਿਸ ਨਹੀਂ ਬਣਦੇ, ਉਹਦੇ ਕੋਲ ਰੈਂਟ ਹੁੰਦੇ ਆ, ਫੈਮਿਲੀ ਵੱਡੀ ਹੁੰਦੀ ਆ, ਹੋਰ ਚੀਜ਼ਾਂ ਹੁੰਦੀਆਂ। ਦੂਜੀ ਗੱਲ ਇਹ ਵੀ ਸਾਰੀ ਜਿਹੜੀ ਸੰਸਥਾਵਾਂ ਇਹਨਾਂ ਨੂੰ ਆਪਸ 'ਚ ਮਿਲ ਜੁਲ ਕੇ ਇੱਕ ਦੂਜੇ ਨਾਲ ਕੰਪੀਟ ਨਹੀਂ ਕਰਨਾ ਚਾਹੀਦਾ, ਇੱਕ ਦੂਜੇ ਦੀ ਬਾਂਹ ਫੜ ਕੇ ਹੌਲੀ ਹੌਲੀ ਚੱਲਣਾ ਚਾਹੀਦਾ। ਇੱਕ ਅਫਰੀਕਨ ਕਹਾਵਤ ਆ ਵੀ ਅਗਰ ਤੁਸੀਂ ਬਹੁਤ ਇਕੱਲੇ ਚੱਲਣਾ, ਠੀਕ ਹੈ, ਥੋੜਾ ਟਾਈਮ ਦੌੜ ਲਓਗੇ ਤਾਂ ਤੁਸੀਂ ਥੱਕ ਜਾਓਗੇ, ਬਹਿ ਜਾਓਗੇ, ਲੇਕਿਨ ਅਗਰ ਤੁਸੀਂ ਹੌਲੇ ਹੌਲੇ ਤੁਰੇ ਰਹੋਗੇ ਸਾਰਿਆਂ ਦੇ ਨਾਲ ਤੇ ਤੁਸੀਂ ਬਹੁਤ ਗਾਂਹ ਲੰਘ ਜਾਓਗੇ। ਜਿੱਦਾਂ ਖਰਗੋਸ਼ ਔਰ ਕਛੂਏ ਦੀ ਮੈਂ ਗਾਥਾ ਤੁਹਾਨੂੰ ਦੱਸਦਾ ਵੀ ਤੁਹਾਡਾ ਜਿਹੜਾ ਮਿਸ਼ਨ ਹੈ ਉਹ ਚੱਲਦੇ ਰਹਿਣਾ ਚਾਹੀਦਾ। ਦੂਜੀ ਜਿਹੜੀ ਰੋਲ ਮਾਡਲਿੰਗ ਆ ਆਪਣੇ ਆਪ ਦੇ ਵਿੱਚ ਬਾਣੀ ਔਰ ਜਿਹੜਾ ਹੈਗਾ ਤੁਹਾਡੇ ਅੰਦਰ ਸਿਮਰਨ ਦੀ ਜਿਹੜੀ ਹੈਗੀ ਆ, ਕਿਉਂਕਿ ਅੰਦਰੋਂ ਜਿਹੜੀ ਵਿਲ ਪਾਵਰ ਹੈ ਉਹ ਸਿਮਰਨ ਨੇ ਦੇਣੀ ਆ, ਉਹਨੇ ਬਾਹਰ ਸੇਵਾ ਕ੍ਰੀਏਟ ਕਰਨੀ ਆ। ਸੋ ਜਿੱਦਾਂ ਕੋਈ ਪੰਛੀ ਦੇ 2 ਖੰਭ ਹੁੰਦੇ ਆ, ਹਨਾ, ਇੱਕ ਹੈਗਾ ਸੇਵਾ, ਇੱਕ ਹੈਗਾ ਸਿਮਰਨ। ਅਗਰ ਪੰਛੀ ਛੋਟਾ ਵੀ ਹੋਏ 2 ਖੰਭ ਆ ਤੇ ਉੱਡ ਪਾਏਗਾ, ਜਿੰਨੀ ਮਰਜ਼ੀ ਉਡਾਰੀ ਲਾ ਲੇ। ਸੋ ਇਹ 2 ਚੀਜ਼ਾਂ ਸਾਨੂੰ ਲੈ ਕੇ ਆਉਣੀ ਚਾਹੀਦੀ। ਯੂਥ ਨੂੰ ਖਾਸ ਕਰਕੇ ਸਾਨੂੰ ਮੋਟੀਵੇਟ ਕਰਕੇ ਨਾਲ ਜੋੜਨਾ ਚਾਹੀਦਾ, ਕਿਉਂਕਿ ਯੂਥ ਇਹ ਇੰਸਟੀਟਿਊਸ਼ਨ ਗਾਂ ਰਨ ਕਰੂਗਾ। ਔਰ ਸਾਨੂੰ ਜਿਹੜਾ ਹੈਗਾ ਇਹਨੂੰ ਨਾ, ਜਿੱਦਾਂ ਮੈਂ ਹਮੇਸ਼ਾ ਕਹਿੰਦਾ ਹੁੰਦਾ, 1430 ਅੰਗ ਮਹਾਰਾਜ ਦੇ ਜਿਹੜੇ ਹੈਗੇ ਆ, ਸਾਨੂੰ ਸਾਰਿਆਂ ਨੂੰ ਸਿੱਖਾਂ ਨੂੰ ਐਟਲੀਸਟ ਆਪਣੀ ਲਾਈਫ ਟਾਈਮ 'ਚ ਇੱਕ ਵਾਰੀ ਤਾਂ ਦਰਸ਼ਨ ਕਰਨੇ ਚਾਹੀਦੇ ਆ। ਅਗਰ ਆਪਾਂ 30 ਅੰਗ ਰੋਜ਼ ਪੜ੍ਹੀਏ, 6.5-7 ਹਫ਼ਤੇ ਸੇ ਇੱਕ ਸਹਿਜ ਪਾਠ ਹੋ ਸਕਦਾ। ਮਹਾਰਾਜ ਕਹਿੰਦੇ ਆ ਪੂਰੇ ਗੁਰ ਕਾ ਸੁਨ ਉਪਦੇਸ਼, ਤਾਂ ਪੂਰੇ ਗੁਰੂ ਦੇ ਦਰਸ਼ਨ ਤਾਂ ਉਦੋਂ ਹੁੰਦੇ ਆ। ਸੋ ਇੱਕ ਹਿਦਾਇਤ ਇਹ ਆ ਵੀ ਆਪਾਂ ਬਾਣੀ ਦੇ ਨਾਲ ਬਹੁਤ ਜੁੜੀਏ ਔਰ ਉਹਨੂੰ ਪ੍ਰੈਕਟੀਕਲ ਓਰੀਐਂਟਡ ਲੈ ਕੇ ਆਈਏ। ਜਿਹੜੀ ਵੀ ਤੁਹਾਡੀ ਕੈਪੈਸਿਟੀ, ਤੁਸੀਂ ਡਰਾਈਵਰ ਹੋ, ਤੁਸੀਂ ਮਿਊਜ਼ੀਸ਼ੀਅਨ ਹੋ, ਤੁਸੀਂ ਗੁਰਦੁਆਰੇ ਸੇਵਾ ਕਰਨ ਵਾਲੇ ਹੋ, ਤੁਸੀਂ ਹੋਰ ਚੀਜ਼ਾਂ। ਜਿਹੜੀ ਗੱਲ ਬਿਲਕੁਲ ਸੋਹਣੀ ਕੀਤੀ ਹੈ ਕਿ ਜਿੱਥੇ ਤੁਸੀਂ ਸੇਵਾ ਦੇ ਨਾਲ ਜੁੜਨਾ ਹੈ, ਉੱਥੇ ਨਾਲ ਹੀ ਨਾਲ ਜਿਹੜਾ ਗੁਰੂ ਦੇ ਨਾਲ ਵੀ ਜੁੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਿਉਂਕਿ ਜੇ ਸਹੀ ਮਾਇਨੇ 'ਚ ਆਪਾਂ ਗੁਰੂ ਘਰ ਦੇ ਵਿੱਚ ਜਾ ਕੇ ਸ਼ਬਦ ਗੁਰੂ ਸਾਹਿਬ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਜਦਾ ਕਰਦੇ ਹਾਂ, ਤਾਂ ਜ਼ਿੰਦਗੀ ਦੇ ਵਿੱਚ ਇੱਕ ਮੌਕਾ ਜ਼ਰੂਰ ਲੈਣਾ ਚਾਹੀਦਾ ਕਿ ਅਸੀਂ ਉਸ ਸ਼ਬਦ ਗੁਰੂ ਨੂੰ ਚੰਗੇ ਤਰੀਕੇ ਨਾਲ ਉਹਦਾ ਧਿਆਨ ਵੀ ਕਰੀਏ, ਪੜ੍ਹੀਏ ਵੀ ਅਤੇ ਕੁਝ ਸਿੱਖ ਵੀ ਲਈਏ। ਕਿਉਂਕਿ ਸ਼ਬਦ ਗੁਰੂ ਨੂੰ ਜਦੋਂ ਅਸੀਂ ਪੜ੍ਹ ਲਵਾਂਗੇ, ਚੰਗੇ ਤਰੀਕੇ ਨਾਲ ਦਰਸ਼ਨ ਕਰ ਲਵਾਂਗੇ, ਅੰਦਰ ਆਪਣੇ ਵਿੱਚ ਉਹਨੂੰ ਅਜਮਾ ਲਾਂਗੇ, ਤਾਂ ਆਪਣੇ ਆਪ 'ਚ ਕਹਿ ਸਕਦੇ ਕਿ ਸਾਡਾ ਜੀਵਨ ਜਿਹੜਾ ਬਦਲ ਜਾਏਗਾ। ਕਿਉਂਕਿ ਬਹੁਤ ਸਾਰੇ ਬੁੱਧੀਜੀਵੀਆਂ ਦੇ ਨਾਲ ਸਾਡੀ ਗੱਲ ਹੋਈ ਹੈ, ਜਦੋਂ ਉਹ ਆਪਣੇ ਤੌਰ 'ਤੇ ਅੰਦਰ ਸ਼ਬਦ ਗੁਰੂ ਨੂੰ ਗ੍ਰਹਿਣ ਕਰ ਲੈਂਦੇ ਨੇ ਤਾਂ ਫਿਰ ਆਪਣੇ ਆਪ ਜੀਵਨ ਜੀਣ ਦਾ ਢੰਗ ਜਿਹੜਾ ਉਹ ਬਿਲਕੁਲ ਚੇਂਜ ਹੋ ਜਾਂਦਾ। ਇਹ ਆਪਣੇ ਆਪ 'ਚ ਵੀ ਜਿਹੜਾ ਸਭ ਤੋਂ ਵੱਡਾ ਜਿਹੜਾ ਇੱਕ ਪੱਖ ਹੈਗਾ। ਸਰਦਾਰ ਗੁਰਮੀਤ ਸਿੰਘ ਜੀ, ਮੈਂ ਤੁਹਾਡੇ ਕੋਲ ਆਉਣਾ ਹੈ।
ਜਿੱਦਾਂ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ, ਡਾਕਟਰ ਪੁੱਜੀ ਹੋਣਾ ਨੇ ਬੜੀ ਸੋਹਣੀ ਗੱਲ ਕੀਤੀ ਹੈ ਕਿ ਹੁਣ ਆਪਾਂ ਨੂੰ ਗੁਰੂ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਵੀ ਇੱਕ ਮੋਦੀ ਖਾਨਾ ਜਿਹੜਾ ਹੈ ਉਹ ਖੋਲ੍ਹ ਲੈਣਾ ਚਾਹੀਦਾ ਹੈ, ਜਿੱਥੇ ਹਰ ਕੋਈ ਜਿਹੜਾ ਬਿਨਾਂ ਕਿਸੇ ਡਰ ਦੇ ਬਿਨਾਂ ਕਿਸੇ ਭੇਦਭਾਵ ਦੇ ਆ ਕੇ ਆਪਣੀ ਲੋੜ ਦੀ ਮੁਤਾਬਿਕ ਜਿਹੜਾ ਹੈ ਉਹ ਲੰਗਰ ਲੈ ਕੇ ਅੱਗੇ ਜਾ ਸਕੇ। ਜੇ ਅੱਜ ਇਸ ਤਰੀਕੇ ਨਾਲ ਅਸੀਂ ਬਾਹਰ ਆਏ ਹਾਂ, ਵੈਸੇ ਮੈਂ ਅਗਰ ਕੱਲ ਹੋਰ ਤਰੀਕੇ ਨਾਲ ਕਰਾਂ ਤਾਂ ਵਿਸਾਖੀ ਦਾ ਦਿਹਾੜਾ ਅਸੀਂ ਜਿਹੜਾ ਨਹੀਂ ਮਨਾ ਸਕੇ, ਹਰ ਇੱਕ ਨੂੰ ਕਿਤੇ ਨਾ ਕਿਤੇ ਖੇਦ ਹੈਗਾ ਸੀ ਕਿ ਕੋਵਿਡ-19 ਦੇ ਕਰਕੇ ਨਹੀਂ ਹੋ ਸਕਿਆ, ਪਰ ਸਾਡਾ ਵਿਸਾਖੀ ਦੇ ਦਿਹਾੜੇ ਤੇ ਕੀ ਸਾਡਾ ਵੱਧ ਤੋਂ ਵੱਧ ਕੀ ਕੋਸ਼ਿਸ਼ ਹੁੰਦੀ ਸੀ ਕਿ ਜਿਹੜਾ ਸਾਡਾ ਇਲਾਕਾ ਹੈ ਜਿੱਥੇ ਵੀ ਅਸੀਂ ਰਹਿੰਦੇ ਹਾਂ ਉਹ ਖਾਲਸਾਈ ਜਲੋ ਜਲੋ ਦੇ ਨਾਲ ਸਜਿਆ ਹੋਵੇ। ਅੱਜ ਵੇਖੋ ਭਾਵੇਂ ਭੀੜ ਸਾਡੇ ਉੱਤੇ ਪਈ ਹੈ, ਭਾਵੇਂ ਸਾਡੇ ਉੱਤੇ ਲੱਖ ਚਿੰਤਾਵਾਂ ਨੇ ਕੋਵਿਡ-19 ਨੂੰ ਲੈ ਕੇ, ਪਰ ਜਿਸ ਤਰੀਕੇ ਨਾਲ ਅਸੀਂ ਬਾਹਰ ਜਾ ਕੇ ਲੋਕਾਈ ਦੀ ਸੇਵਾ ਕਰ ਰਹੇ ਹਾਂ, ਖਾਲਸਾਈ ਜਲੋ ਜਲੋ ਉਸੇ ਤਰੀਕੇ ਨਾਲ ਹੈਗਾ। ਲੋਕ ਜਿਹੜੇ ਨੇ ਪ੍ਰਸ਼ੰਸਾ ਕਰ ਰਹੇ ਨੇ ਔਰ ਲੋਕ ਵਿਸਾਖੀ ਤੋਂ ਵੱਧ ਸਾਨੂੰ ਜਾਣ ਰਹੇ ਨੇ। ਵਿਸਾਖੀ ਦੇ ਵਿੱਚ ਸਿਰਫ ਅਸੀਂ ਇਹ ਕਹਿ ਸਕਦੇ ਸੀ ਕਿ ਅਸੀਂ ਇੱਕ ਪ੍ਰੋਸੈਸ਼ਨ ਕੱਢ ਰਹੇ ਹਾਂ, ਸਾਡਾ ਧਾਰਮਿਕ ਦਿਹਾੜਾ ਹੈਗਾ, ਸਾਡਾ ਰਿਲੀਜੀਅਸ ਦਿਹਾੜਾ ਹੈਗਾ, ਅਸੀਂ ਇਸ ਕਰਕੇ ਮਨਾਉਂਦੇ ਹਾਂ। ਪਰ ਅੱਜ ਇਸ ਵਿਸਾਖੀ ਦੇ ਅਪ੍ਰੈਲ ਦੇ ਮਹੀਨੇ ਨੂੰ ਲੋਕ ਇਹ ਸਮਝਣਗੇ ਕਿ ਇਹਨਾਂ ਲੋਕਾਂ ਨੇ ਕਿਸ ਤਰੀਕੇ ਦੀ ਪ੍ਰਥਾ ਇਹਨਾਂ ਦੇ ਵਿੱਚ ਹੈਗੀ ਹੈ, ਜਿਹੜੇ ਲਗਾਤਾਰ ਲੋਕਾਈ ਦੀ ਸੇਵਾ ਕਰ ਰਹੇ ਨੇ, ਕਿ ਜਿਹੜਾ ਸਭ ਤੋਂ ਚੰਗਾ ਹੈਗਾ। ਕੀ ਕਹੋਗੇ ਮੋਦੀ ਖਾਨੇ ਵਾਲੇ ਆਈਡੀਏ ਦੇ ਉੱਤੇ? ਮਨੀਸ਼ ਜੀ, ਤੁਹਾਡਾ ਕੁਐਸਚਨ ਹੈ ਜਿਹੜਾ ਬਹੁਤ ਵਧੀਆ ਹੈ। ਜੋ ਅੱਜ ਵਿਸਾਖੀ ਦਾ ਦਿਹਾੜਾ ਅਸੀਂ ਅਪ੍ਰੈਲ ਦੇ ਵਿੱਚ ਮਨਾਉਣਾ ਸੀ, ਉਹ ਜੋ ਹਰ ਸਾਲ ਅਸੀਂ ਅਪ੍ਰੈਲ ਦੇ ਮਹੀਨੇ ਵਿੱਚ ਜੋ ਮਨਹਾਟਨ ਦੀਆਂ ਗਲੀਆਂ ਦੇ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਮਨਾਉਂਦੇ ਹਾਂ, ਔਰ ਸਮੂਹ ਸਿੱਖ ਸੰਗਤਾਂ ਦੇ ਵੱਲੋਂ ਜਿਹਦੇ ਵਿੱਚ ਕੋਈ ਮਤਭੇਦ ਨਹੀਂ ਹੁੰਦਾ, ਉਹ ਸਾਰੇ ਸੰਸਾਰ ਤੋਂ ਜਿਹੜੇ ਵਧੀਆ ਵਧੀਆ ਜਥੇ ਕੀਰਤਨੀਏ ਜੋ ਕਿ ਬੜੇ ਵਿਦਵਾਨ ਆਪਣੇ ਸਾਇੰਟਿਸਟ ਸਾਰਿਆਂ ਨੂੰ ਬੁਲਾ ਕੇ ਇਹ ਦੱਸਿਆ ਜਾਂਦਾ ਹੈ ਕਿ ਇਹ ਸਾਡੀ ਕੌਮ ਸਿੱਖ ਕੌਮ ਦੇ ਹੀਰੇ ਹਨ, ਔਰ ਇਹ ਅਸੀਂ ਮਤਲਬ ਇਕੱਠੇ ਹੁੰਦੇ ਜਦੋਂ ਵੀ ਸਾਡੇ ਕੋਈ ਪ੍ਰੋਗਰਾਮ ਹੁੰਦੇ ਹਨ ਅਸੀਂ ਇਕੱਠੇ ਹੁੰਦੇ ਹਾਂ। ਔਰ ਉਸ ਦੇ ਵਿੱਚ ਸਾਡਾ ਇਹ ਮਤਲਬ ਸੀ ਕਿ ਜੋ ਅਸੀਂ ਸੇਵਾਵਾਂ ਕਰਨੀਆਂ ਹੁੰਦੀਆਂ ਸੀ ਉਹ ਇਸ ਬਾਰੇ ਅਸੀਂ ਜੋ ਸਾਡੇ ਕੋਲੋਂ ਨਹੀਂ, ਵਾਹਿਗੁਰੂ ਦੇ ਜੋ ਵੀ ਉਹਨੂੰ ਮਨਜ਼ੂਰ ਹੋਇਆ ਕਿ ਜੋ ਕੋਵਿਡ-19 ਨੇ ਉਹ ਸਾਡੇ ਕੋਲੋਂ ਇਹ ਮੌਕਾ ਐਤਕੀ ਖੋਲ੍ਹਿਆ ਹੈ, ਜੋ ਅਸੀਂ ਉਹ ਅਜੇ ਤੱਕ ਅਸੀਂ ਇਹ ਚੀਜ਼ ਨੂੰ ਮੰਨਦੇ ਨਹੀਂ ਕਿ ਅਸੀਂ ਨਹੀਂ ਮਨਾਉਣਾ। ਅਸੀਂ ਜੂਨ ਦੇ ਮਹੀਨੇ ਤੱਕ ਜਦੋਂ ਤੱਕ ਵੀ ਜੇ ਹਾਲਾਤ ਸਹੀ ਹੋ ਗਏ ਅਸੀਂ ਉਹ ਵਿਸਾਖੀ ਦਾ ਦਿਹਾੜਾ ਜ਼ਰੂਰ ਮਨਾਵਾਂਗੇ, ਕਿਉਂਕਿ ਇਹ ਵਰਲਡ ਵਾਈਡ ਜੋ ਹਰ ਸ਼ਹਿਰ ਹਰ ਪਿੰਡ ਦੇ ਵਿੱਚ, ਜੋ ਬਾਹਰਲੇ ਮੁਲਕਾਂ ਦੇ ਵਿੱਚ ਵੀ ਜਿੱਥੇ ਜਿੱਥੇ ਗੁਰੂ ਘਰ ਹਨ ਉੱਥੇ ਉੱਥੇ ਇਹ ਮਨਾਇਆ ਜਾਂਦਾ ਹੈ। ਸੋ ਜੇ ਮੈਂ ਦੂਸਰੀ ਗੱਲ ਇਹ ਕਹਾਂ ਕਿ ਜਿੰਨੀ ਅਸੀਂ ਸੇਵਾ ਵਿਸਾਖੀ ਦੇ ਦਿਹਾੜੇ ਤੇ ਕਰਦੇ ਸੀ ਜਾਂ ਵਿਸਾਖੀਆਂ ਦੇ ਦਿਨਾਂ ਦੇ ਵਿੱਚ ਕਰਦੇ ਸੀ, ਐਤਕੀ ਅਸੀਂ ਸੇਵਾਵਾਂ ਭਾਵੇਂ ਉਸ ਤੋਂ ਜ਼ਿਆਦੀਆਂ ਕੀਤੀਆਂ ਹਨ। ਲੰਗਰ ਦੀ ਪ੍ਰਥਾ, ਪੈਸਿਆਂ ਦੀ, ਔਰ ਜੋ ਵੀ ਅਸੀਂ ਵੰਡ ਕੀਤੀ ਆ, ਭਾਵੇਂ ਕੱਪੜੇ ਕੋਈ ਵੀ ਚੀਜ਼ ਹੋਵੇ, ਕਿਸੇ ਵੀ ਤਰੀਕੇ ਨਾਲ ਮਦਦ ਕੀਤੀ ਹੈ, ਉਸ ਤੋਂ ਜ਼ਿਆਦਾ ਕੀਤੀ। ਪਰ ਇਹ ਖੁਸ਼ੀ ਨਾਲ ਨਹੀਂ ਹੋਈ ਜਿੰਨੀ ਕਿ ਅਸੀਂ ਹਰ ਸਾਲ ਜੋ ਖੁਸ਼ੀ ਨਾਲ ਕਰਦੇ ਸੀ। ਪਰ ਫਿਰ ਵੀ ਅਸੀਂ ਆਪਣੇ ਦਿਲੋਂ ਖੁਸ਼ ਹਾਂ ਕਿ ਸਾਡੇ ਕੋਲ ਮਹਾਰਾਜ ਨੇ ਜੋ ਦਸਵੰਧ ਕਢਵਾਏ ਸਨ ਉਹ ਸਾਡਾ ਚੱਲ ਰਿਹਾ ਹੈ। ਅਸੀਂ ਉਹ ਆਪਣਾ ਦਸਵੰਧ ਕਰਕੇ ਹਰ ਜਗ੍ਹਾ ਭੇਜ ਰਹੇ ਹਾਂ, ਜੋ ਸਾਡੀਆਂ ਜਿਹੜੀਆਂ ਆਮਦਨਾਂ ਨੇ ਉਹਨਾਂ ਨੂੰ ਵਾਹਿਗੁਰੂ ਸਫਲ ਕਰ ਰਿਹਾ। ਤੇ ਇਹ ਜੋ ਡਾਕਟਰ ਸਾਹਿਬ ਨੇ ਦੱਸਿਆ ਕਿ ਅੱਜ ਤੱਕ ਇਹ 2 ਸਾਲ ਰਹਿਣਾ ਹੈ, ਸੋ ਮੈਂ ਇਹ ਜਿੰਨੀ ਵੀ ਲੋਕਾਈ ਸੁਣ ਰਹੀ ਹੈ, ਮੈਂ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇਸ ਚੀਜ਼ ਤੇ ਆਪਾਂ ਸਾਰਿਆਂ ਨੇ ਬਹੁਤ ਖਿਆਲ ਰੱਖਣਾ ਹੈ। ਆਪਣੇ ਘਰਾਂ ਦੀਆਂ ਸਫਾਈਆਂ ਰੱਖੋ, ਆਪਣੇ ਜੋ ਆਂਢ ਗੁਆਂਢ ਦੀਆਂ ਸਫਾਈਆਂ ਰੱਖੋ, ਆਪ ਜਿੰਨਾ ਵੀ ਪ੍ਰਕਾਸ਼ਨ ਆ ਉਹਨੂੰ ਫੋਲੋ ਕਰਕੇ ਉਹਦੇ ਹਿਸਾਬ ਨਾਲ ਆਪ ਇੱਦਾਂ ਜੇ ਕੰਮਾਂ ਕਾਰਾਂ 'ਤੇ ਜਾਣਾ ਵੀ ਪਿਆ ਤੇ ਆਪਣੀ ਸਫਾਈ ਦੇ ਨਾਲ ਜੋ ਕਿ ਡਿਸਟੈਂਸ ਬਣਾ ਕੇ ਜਿੰਨਾ ਵੀ ਦੱਸਿਆ ਹੈ ਉਹਦੇ ਹਿਸਾਬ ਨਾਲ ਅਸੀਂ ਇਹ ਕਾਰੋਬਾਰ ਵੀ ਕਰਨੇ ਹਨ, ਕਿਉਂਕਿ ਜੇ ਇਹ ਲੰਬਾ ਟਾਈਮ ਚੱਲਣਾ ਹੈ ਤੇ ਉਹਦੇ ਵਿੱਚ ਸਾਨੂੰ ਇਹ ਆਪਣੇ ਤਰੀਕੇ ਦੇ ਨਾਲ ਚੱਲ ਕੇ ਕਾਰੋਬਾਰ, ਆਪਣੇ ਬਿਜ਼ਨਸ ਜਿਹੜੇ ਨੇ ਬਿਲਕੁਲ ਬੰਦ ਨਹੀਂ ਕਰਨੇ, ਅਸੀਂ ਇਹਨਾਂ ਨੂੰ ਕੰਟੀਨਿਊ ਚਲਾਵਾਂਗੇ। ਤੇ ਦੂਸਰੇ ਪਾਸੇ ਜੋ ਮਨੀਸ਼ ਜੀ ਤੁਹਾਡੀ ਆਵਾਜ਼ ਨੇ, ਤੇ ਦੂਸਰੇ ਪਾਸੇ ਜੋ ਅਸੀਂ ਜਿਹੜੇ ਡਾਕਟਰ ਨਰਸਾਂ ਜਿੰਨੇ ਵੀ ਨੇ ਸਾਡੇ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ ਨੇ ਉਹਨਾਂ ਨੂੰ ਅਸੀਂ ਫਿਰ ਦੁਬਾਰਾ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਕਿ ਲੋਕਾਂ ਦੀਆਂ ਜਾਨਾਂ ਬਚਾਉਣ ਦੇ ਵਾਸਤੇ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਕੀਤੀ। ਮਨੀਸ਼ ਜੀ।
ਤੁਹਾਡੀ ਆਵਾਜ਼ ਨਹੀਂ ਆ ਰਹੀ ਇਸ ਤਰੀਕੇ ਨਾਲ ਮੈਨੂੰ। ਆਪਾਂ ਨੂੰ ਕੰਟੀਨਿਊ ਕਰਨਾ ਪਏਗਾ। ਹਾਂਜੀ, ਹੁਣ ਆਵਾਜ਼ ਆਈ, ਤੁਹਾਡੀ ਆਵਾਜ਼ ਨਹੀਂ ਸੀ ਆਉਂਦੀ, ਫਿਰ ਰਿਪੀਟ ਕਰਿਓ ਕੀ ਕੀ ਜੀ ਤੁਹਾਡੀ ਆਵਾਜ਼ ਨਹੀਂ ਸੀ ਆ ਰਹੀ, ਮੈਂ ਰਿਪੀਟ ਕਰਿਓ ਕੀ ਪੁੱਛਿਆ ਮੈਂ ਸੀ। ਮੈਂ ਜਿਹੜੀ ਮੋਦੀ ਖਾਨੇ ਦੇ ਉੱਤੇ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਕਿ ਮੋਦੀ ਖਾਨੇ ਦਾ ਜਿਹੜਾ ਆਈਡੀਆ ਉਹ ਕਿੰਨਾ ਕੁ ਜ਼ਿਆਦਾ ਜ਼ਰੂਰੀ ਹੈਗਾ। ਉਹ ਵੀ ਬਹੁਤ ਜ਼ਰੂਰੀ ਹੈਗਾ ਜੀ। ਜੋ ਅਸੀਂ ਜੇ ਡਿਸਟੈਂਸ ਰੱਖ ਕੇ ਅੰਦਰ ਸੰਗਤ ਦੀ ਸੇਵਾ ਨਹੀਂ ਕਰ ਸਕਦੇ, ਤੇ ਅਸੀਂ ਜੋ ਕਿ ਆਪਣੀ ਕਿਚਨ ਹੈ ਉਸ ਦੇ ਦਰਵਾਜ਼ੇ ਦੇ ਵਿੱਚੋਂ ਜਿਹੜਾ ਫੂਡ ਹੈ ਅਸੀਂ ਪੈਕ ਕਰਕੇ ਸੰਗਤ ਨੂੰ ਦਿੰਦੇ ਹਾਂ, ਔਰ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਅਸੀਂ ਜੇ ਸਾਨੂੰ ਕਾਲ ਕਰ ਦੇਣ ਤੇ ਉਹ ਪਿਕਅਪ ਕਰ ਸਕਦੇ ਹਨ। ਜੇ ਉੱਦਾਂ ਵੀ ਕੋਈ ਆ ਕੇ ਡੋਰ ਨੌਕ ਕਰੇ ਉਹਨਾਂ ਨੂੰ ਵੀ ਅਸੀਂ ਦੇ ਸਕਦੇ ਹਾਂ। ਔਰ ਕਈ ਵਾਰ ਨਹੀਂ, ਅਸੀਂ ਲੋੜਵੰਦਾਂ ਨੂੰ ਸੁੱਕਾ ਰਾਸ਼ਨ ਵੀ ਦੇ ਦਿੰਦੇ ਹਾਂ। ਜਿਵੇਂ ਕਿਸੇ ਨੂੰ ਜ਼ਰੂਰਤ ਹੋਵੇ ਆਪਣੇ ਘਰਾਂ ਵਿੱਚ ਜਾ ਕੇ ਵੀ ਉਹ ਖਾਣਾ ਆਪਣਾ ਬਣਾ ਕੇ ਛਕ ਸਕਦੇ ਹਨ। ਸੋ ਇਹ ਸੇਵਾਵਾਂ ਜੋ ਗੁਰੂ ਨਾਨਕ ਦੇਵ ਜੀ ਨੇ ਸਾਡੇ ਸਿੱਖ ਕੌਮ ਤੇ ਲਿਖੇ ਲਾਈਆਂ ਨੇ, ਉਹਨਾਂ ਦੇ ਦਿੱਤੇ ਹੋਏ ਉਪਦੇਸ਼ਾਂ ਤੇ ਚੱਲ ਕੇ ਇਹ ਅਸੀਂ ਆਪਣੇ ਆਪ ਨੂੰ ਲੱਕੀ ਸਮਝਦੇ ਹਾਂ। ਕਿ ਜੇ ਮੈਂ ਸਮਝਦਾ ਜੇ ਸਾਰਾ ਸੰਸਾਰ ਇੱਦਾਂ ਕਰਨ ਲੱਗ ਪਵੇ ਸਿੱਖਾਂ ਨੂੰ ਫੋਲੋ ਕਰਕੇ, ਤੇ ਕਿਸੇ ਨੂੰ ਜ਼ਿੰਦਗੀ ਦੇ ਵਿੱਚ ਕੋਈ ਗਰੀਬ ਹੀ ਨਾ ਹੋਵੇ, ਕਿਸੇ ਨੂੰ ਇੱਥੇ ਤੱਕ ਦੀ ਲੋੜ ਪਵੇ, ਬਿਲਕੁਲ ਕੋਈ ਗਰੀਬ ਨਾ ਹੋਵੇ, ਸਾਰੇ ਕੋਈ ਗਰੀਬ ਨਾ ਹੋਵੇ। ਜੀ ਜੀ, ਇਹ ਆਪਣੇ ਆਪ 'ਚ ਬਹੁਤ ਵਧੀਆ ਆਈਡੀਆ ਹੈਗਾ ਜੀ। ਅਗਰ ਸਹੀ ਤਰੀਕੇ ਨਾਲ ਅਸੀਂ ਇਤਨਾ ਲੋਕਾਈ ਦੀ ਸੇਵਾ ਕਰਦੇ ਰਹੀਏ, ਸਾਰੇ ਲੋਕ ਲੜ ਕੇ ਬਿਲਕੁਲ ਆਪਾਂ ਰਲ ਕੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਲਗਾਤਾਰ ਲੋਕਾਈ ਦੀ ਸੇਵਾ ਵਾਸਤੇ ਅੱਗੇ ਜਾਈਏ, ਤਾਂ ਕੋਈ ਵੀ ਏਡੀ ਵੱਡੀ ਚੁਣੌਤੀ ਨਹੀਂ ਹੈਗੀ। ਪਰ ਸਾਨੂੰ ਇੱਕ ਮਨ ਬਣਾਉਣਾ ਪਵੇਗਾ ਜਿਹਦੇ ਕਰਕੇ ਅਸੀਂ ਇਸ ਤਰੀਕੇ ਨਾਲ ਅੱਗੇ ਜਾ ਕੇ ਸੇਵਾ ਕਰ ਸਕੀਏ। ਗੁਰੂ ਨਾਨਕ ਨੇ ਜਿਹੜਾ ਸਾਨੂੰ ਸੰਦੇਸ਼ ਦਿੱਤਾ ਸੀ, ਉਸ ਸੰਦੇਸ਼ ਤੇ ਗਾੜੀ ਅੱਜ ਸਿਰ ਝੁਕਦਾ ਹੈ। ਮੈਂ ਬਿਲਕੁਲ ਬਾਰ-ਬਾਰ ਆਪਣੇ ਸ਼ੋਅ ਦੇ ਵਿੱਚ ਇਸ ਬਾਰੇ ਗੱਲ ਕਰਦਾ ਹੁੰਦਾ ਕਿ ਇੱਕ ਆਈਡੀਆ ਜਿਸ ਨੇ ਅੱਜ ਪੂਰੀ ਦੁਨੀਆ ਦੇ ਵਿੱਚ ਜਿਹੜਾ ਸਾਨੂੰ ਇੱਕ ਉੱਚਾ ਮਕਾਮ ਜਿਹੜਾ ਹਾਸਲ ਕਰਵਾਇਆ ਹੈ, ਅਤੇ ਭਾਵੇਂ ਅਸੀਂ ਸਖਤ ਮਿਹਨਤਾਂ ਦੇ ਕਰਕੇ ਬਹੁਤ ਸਾਰੇ ਲੋਕਾਂ ਨੇ ਇੱਥੇ ਪਹਿਲਾਂ ਹੀ ਮਕਾਮ ਹਾਸਲ ਕੀਤੇ ਨੇ, ਪਰ ਜਿਹੜਾ ਅੱਜ ਕੋਵਿਡ-19 ਨੂੰ ਲੈ ਕੇ ਜਿਸ ਤਰੀਕੇ ਨਾਲ ਚੁਣੌਤੀ ਸੀ ਅਤੇ ਲਗਾਤਾਰ ਲੋਕਾਂ ਨੂੰ ਜਿਹੜਾ ਇਹ ਮੁਸ਼ਕਿਲ ਆ ਰਹੀ ਸੀ ਕਿ ਅਸੀਂ ਕਿਸ ਤਰੀਕੇ ਨਾਲ ਸਰਵਾਈਵ ਕਰਨਾ ਹੈ, ਅਤੇ ਜਿਸ ਤਰੀਕੇ ਨਾਲ ਸਾਡੇ ਭਾਈਚਾਰੇ ਦੇ ਲੋਕ ਅੱਗੇ ਆ ਕੇ ਸਟਰੀਟ ਦੇ ਉੱਤੇ ਜਿਸ ਤਰ੍ਹਾਂ ਵੀ ਜਿਹਦੇ ਕੋ ਬਣ ਸਕਿਆ ਉਸਨੇ ਆ ਕੇ ਲੰਗਰ ਲਾ ਕੇ ਅੱਗੇ ਕੰਮ ਕੀਤਾ, ਉਹਦੇ ਵਰਗੀ ਐਗਜ਼ੈਂਪਲ ਨਾ ਅੱਜ ਤੱਕ ਹੋਈ ਹੈ ਤੇ ਨਾ ਆਉਣ ਵਾਲੇ ਸਮੇਂ 'ਚ ਹੋਣੀ ਹੈ। ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਇਹਨੂੰ ਇਸੇ ਤਰੀਕੇ ਨਾਲ ਜਿਹੜਾ ਬਰਕਰਾਰ ਰੱਖੀਏ ਤੇ ਇਸੇ ਹੀ ਤਰੀਕੇ ਨਾਲ ਇਸ ਸੇਵਾ ਨੂੰ ਜਿਹੜਾ ਆਪਾਂ ਕੰਟੀਨਿਊ ਕਰਦੇ ਰਹੀਏ। ਅੱਜ ਭਾਵੇਂ ਅਮਰੀਕਾ ਹੋਵੇ, ਭਾਵੇਂ ਇੰਗਲੈਂਡ ਹੋਵੇ, ਭਾਵੇਂ ਕੈਨੇਡਾ ਹੋਵੇ, ਭਾਵੇਂ ਆਸਟ੍ਰੇਲੀਆ ਹੋਵੇ, ਨਿਊਜ਼ੀਲੈਂਡ ਹੋਵੇ, ਕਿਹੜੇ ਮੁਲਕ ਦੀ ਗੱਲ ਆਪਾਂ ਕਰੀਏ ਤੇ ਕਿਹਨੂੰ ਛੱਡੀਏ, ਅੱਜ ਜਿੱਥੇ ਵੀ ਆਪਾਂ ਖਬਰਾਂ ਪੜ੍ਹਦੇ ਹਾਂ, ਜਿੱਥੇ ਵੀ ਲੋਕਾਂ ਨੂੰ ਅੱਜ ਕੋਸ਼ਿਸ਼ ਹੈਗੀ ਹੈ ਜਾਂ ਉਹਨਾਂ ਕੋਲ ਬਣ ਸਕਦਾ ਹੈ, ਉਹ ਆਪਣੇ ਵੱਲੋਂ ਕੋਈ ਗੱਡੀ ਲੈ ਕੇ ਜਾ ਰਿਹਾ, ਕੋਈ ਆਪਣੀ ਕਾਰ ਦੇ ਵਿੱਚ ਲੰਗਰ ਲੱਦ ਕੇ ਲੈ ਕੇ ਜਾ ਰਿਹਾ, ਕੋਈ ਵੱਡੀ ਬੱਸ ਲੰਗਰ ਦੇ ਤੌਰ ਤੇ ਲੈ ਕੇ ਜਾ ਰਿਹਾ, ਅਤੇ ਲੋੜਵੰਦਾਂ ਦਾ ਢਿੱਡ ਭਰਨ ਦੀ ਕੋਸ਼ਿਸ਼ ਕਰ ਰਿਹਾ ਕਿ ਕੋਈ ਵੀ ਅੱਜ ਜਿਹੜਾ ਭੁੱਖਾ ਨਾ ਸੋਵੇ। ਉਹ ਸਭ ਕੁਝ ਹੋ ਰਿਹਾ ਇਸ ਕਰਕੇ ਕਿ ਹੇ ਨਾਨਕ ਸਭ ਤੇਰਾ ਤੇਰਾ। ਇਹ ਆਪਣੇ ਆਪ 'ਚ ਸਭ ਤੋਂ ਵੱਡੀ ਐਗਜ਼ੈਂਪਲ ਹੈਗੀ ਹੈ। ਸਾਨੂੰ ਮੰਨਣਾ ਪਏਗਾ ਤੇ ਸਾਨੂੰ ਇਸ ਟੀਚੇ ਦੇ ਉੱਤੇ ਹੀ ਚੱਲ ਕੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੇਵਾ ਇਸੇ ਤਰੀਕੇ ਨਾਲ ਜਿਹੜੀ ਉਹ ਕਰਨੀ ਪਵੇਗੀ। ਇਹ ਆਪਣੇ ਆਪ 'ਚ ਸਭ ਤੋਂ ਜਿਹੜਾ ਉਹ ਵਧੀਆ ਹੈਗਾ। ਪ੍ਰਧਾਨ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੀ ਇੱਕ ਅਰਜ਼ ਦੇ ਉੱਤੇ ਆ ਕੇ ਅੱਜ ਸਮਾਂ ਵੀ ਦਿੱਤਾ ਹੈ, ਤੇ ਨਾਲ ਹੀ ਨਾਲ ਜਿਹੜਾ ਤੁਸੀਂ ਅੱਜ ਆਏ ਆਪਣੇ ਵੱਲੋਂ ਜਿਹੜੇ ਖੁੱਲ੍ਹ ਕੇ ਵਿਚਾਰ ਵੀ ਜਿਹੜੇ ਨੇ ਸੰਗਤਾਂ ਨਾਲ ਸਾਂਝੇ ਕੀਤੇ ਨੇ, ਅਤੇ ਜਿਸ ਤਰ੍ਹਾਂ 11 ਲੱਖ ਰੁਪਈਆ ਸ਼੍ਰੀ ਅੰਮ੍ਰਿਤਸਰ ਅਤੇ ਦਿੱਲੀ ਦੇ ਵਿੱਚ ਗੁਰਦੁਆਰਾ ਸਾਹਿਬ ਨੂੰ ਦੇਣ ਦਾ ਐਲਾਨ ਕੀਤਾ, ਤੇ ਨਾਲ ਹੀ ਨਾਲ ਜਿਹੜੇ ਗੁਰੂ ਘਰ ਦੇ ਵਜ਼ੀਰ ਨੇ ਉਹਨਾਂ ਨੂੰ 2-2 ਹਜ਼ਾਰ ਰੁਪਇਆ ਤੇ ਕਈਆਂ ਨੂੰ $1-1 ਜਿਹੜਾ ਉਹ ਦੇਣ ਦਾ ਵੀ ਐਲਾਨ ਕੀਤਾ। ਉਹਦੇ ਲਈ ਅਸੀਂ ਤੁਹਾਡੇ ਅਤੀ ਧੰਨਵਾਦੀ ਹਾਂ, ਜਿਸ ਤਰੀਕੇ ਨਾਲ ਤੁਸੀਂ ਇਹਨਾਂ ਲੋੜਵੰਦ ਲੋਕਾਂ ਦਾ ਇਸ ਵੇਲੇ ਮਾਣ ਭੱਤਾ ਜਿਹੜਾ ਉਹਨਾਂ ਨੂੰ ਦੇਣ ਦਾ ਇੱਕ ਐਲਾਨ ਕੀਤਾ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਧੰਨਵਾਦ ਚੜ੍ਹਦੀ ਕਲਾ ਦੇ ਸਾਰੇ ਸਮੂਹ ਜਿੰਨੇ ਵੀ ਪ੍ਰਬੰਧਕ ਹੋ, ਤੁਸੀਂ ਸਟਾਫ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡੇ ਵੱਲੋਂ ਜੋ 13 ਦੀ ਗੱਲ ਤੁਸੀਂ ਜੋ ਅੱਗੇ ਲਿਖਿਆ ਵੀ ਆ ਰਿਹਾ ਹੈ, ਉਹਦੇ ਬਾਰੇ ਜੇ ਮੈਂ 1 ਮਿੰਟ ਕਹਾਂ ਗੱਲ, ਤੇ ਗੁਰੂ ਨਾਨਕ ਦੇਵ ਜੀ ਨੇ ਜੋ ਜਦੋਂ ਆ ਕੇ 12 ਤੱਕ ਗਿਣ ਕੇ ਉਹ 13 ਤੇ ਜਦੋਂ ਆ ਕੇ ਅੜ ਗਏ ਸੀ, ਤੇ ਉਹਨਾਂ ਨੇ ਇਹ ਨਹੀਂ ਸੀ ਕਿਹਾ ਕਿ ਇਹ ਅੱਖਰ 13 ਹੈ, ਉਹਨਾਂ ਨੇ ਇਹ ਹੀ ਕਹਿ ਸਕਿਆ ਕਿ 13 ਹੀ ਹੈ, 13 ਹੀ। ਇਸ ਕਰਕੇ ਉਸ ਤੋਂ ਬਾਅਦ ਲੋਕਾਂ ਨੇ ਆਪਣੇ ਘਰਾਂ ਦੇ ਨਾਂ 13 ਨੰਬਰ ਰੱਖਣੇ ਛੱਡ ਦਿੱਤੇ ਕਿ ਇਹ ਗੁਰੂ ਨਾਨਕ ਕਹਿ ਗਿਆ ਕਿ 13 ਹੀ ਹੈ, ਪਤਾ ਨਹੀਂ ਕਿਹਦਾ ਹੋ ਜਾਵੇ। ਸੋ ਅੱਜ ਸਭ ਕੁਝ ਉਸੇ ਦਾ ਹੀ ਹੈ, ਗੁਰੂ ਨਾਨਕ ਦੇਵ ਜੀ ਦਾ ਵੀ ਹੈ। ਜੋ ਸਾਡੇ ਕੋਲ ਹੈਗਾ ਉਹਨਾਂ ਦਾ ਹੀ ਦਿੱਤਾ ਹੈ, ਜੋ ਉਹ ਕਹਿ ਗਏ ਸੀ ਉਹ ਸੱਚ ਹੋ ਗਿਆ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਫਿਰ ਖਾਲਸਾ, ਦੁਬਾਰਾ ਵਾਹਿਗੁਰੂ ਚੜ੍ਹਦੀ ਜੀ ਕੀ ਕਲਾ ਫਤਿਹ। ਟੀਵੀ ਦਾ ਗੁਰਦੁਆਰਾ ਬਾਬਾ ਮੱਖਣ ਸ਼ਾਹ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਪ੍ਰਧਾਨ ਸਾਹਿਬ। ਸਮੂਹ ਸਟਾਫ ਵੱਲੋਂ ਜੀ ਮੈਂ ਧੰਨਵਾਦ। ਨਾਲ ਹੀ ਇੱਥੇ ਜਿਹੜੀ ਜ਼ਰੂਰ ਗੱਲ ਕਰਨਾ ਚਾਹਾਂਗਾ ਕਿ ਸਰਦਾਰ ਹਰਜੀਤ ਸਿੰਘ ASI ਜਿਹੜਾ ਕਿ ਪਟਿਆਲੇ ਦੇ ਵਿੱਚ ਘਟਨਾ ਦੇ ਵਿੱਚ ਜਿਸ ਦਾ ਗੁੱਟ ਜਿਹੜਾ ਉਹ ਕੱਟਿਆ ਗਿਆ ਸੀ, ਉਸ ਦੀ ਜਿਹੜੀ ਖਬਰ ਸਾਨੂੰ ਮਿਲੀ ਆ ਉਹਦੇ ਮੁਤਾਬਿਕ ਉਹਦਾ ਗੁੱਟ ਜਿਹੜਾ ਬਿਲਕੁਲ ਪ੍ਰੋਗਰੈਸ ਦੇ ਵਿੱਚ ਹੈ, ਉਹਦਾ ਹੱਥ ਜਿਹੜਾ ਉਹ ਠੀਕ ਹੋ ਚੁੱਕਾ ਹੋਇਆ ਤੇ ਨਾਲ ਹੀ ਨਾਲ ਉਸ ਦੀ ਬਹਾਦਰੀ ਨੂੰ, ਕਿਉਂਕਿ ਜਦੋਂ ਇਸ ਤਰੀਕੇ ਦੀ ਕਿਸੇ ਨਾਲ ਘਟਨਾ ਵਾਪਰਦੀ ਹੈ ਬਹੁਤ ਸਾਰੇ ਲੋਕੀ ਬੇਹੋਸ਼ ਹੋ ਕੇ ਡਿੱਗ ਪੈਂਦੇ ਨੇ, ਪਰ ਜਦੋਂ ਉਸ ਨਾਲ ਇਹ ਘਟਨਾ ਵਾਪਰੀ ਉਸਨੇ ਨਾਲ ਹੀ ਆਪਣਾ ਗੁੱਟ ਫੜ ਕੇ, ਭਾਵੇਂ ਉਸ ਵੇਲੇ ਉੱਥੇ ਸਹੂਲਤਾਂ ਨਹੀਂ ਸਨ, ਉਹ ਗੁੱਟ ਫੜ ਕੇ ਜਿਹੜਾ ਆਪ ਹਸਪੀਟਲ ਗਿਆ ਤੇ ਉੱਥੇ ਬਾਅਦ 'ਚ ਉਹਦਾ ਜਿਹੜਾ ਇਲਾਜ ਕੀਤਾ। ਉਸ ਦੀ ਬਹਾਦਰੀ ਨੂੰ ਸਜਦਾ ਕਰਦੇ ਹੋਏ ਪੰਜਾਬ ਪੁਲਿਸ ਦੇ 80,000 ਜਿਹੜੇ ਜਵਾਨ ਹੈਗੇ ਨੇ, ਜਿਨ੍ਹਾਂ ਦੇ ਵਿੱਚ DGP ਤੋਂ ਲੈ ਕੇ ਸਿਪਾਹੀ ਤੱਕ ਜਿਹੜਾ ਹਰੇਕ ਨੇ ਹਰਜੀਤ ਸਿੰਘ ਨਾਮ ਦੀ ਤਖਤੀ ਜਿਹੜੀ ਹੈ, ਨੇਮ ਪਲੇਟ ਜਿਹੜੀ ਆਪਣੀ ਵਰਦੀ ਦੇ ਉੱਤੇ ਲਾ ਕੇ ਉਸ ਦੀ ਬਹਾਦਰੀ ਨੂੰ ਸਲਾਮ ਕੀਤਾ। ਵੀ ਆਪਣੇ ਆਪ 'ਚ ਇੱਕ ਵਧੀਆ ਆਈਡੀਆ ਹੈਗਾ ਕਿ ਆਪਣੇ ਜਵਾਨ ਨੂੰ ਜਿਹੜਾ ਹੌਸਲਾ ਅਫਜ਼ਾਈ ਕਰਨੀ ਅਤੇ ਇੱਕ ਯੂਨਿਟੀ ਦੇ ਤੌਰ ਤੇ ਜਿਹੜਾ ਉਹ ਦੱਸਣ ਦੀ ਕੋਸ਼ਿਸ਼ ਕਰਨੀ, ਇਹ ਆਪਣੇ ਆਪ 'ਚ ਸਾਰੀਆਂ ਜਿਹੜੀਆਂ ਚੰਗੀਆਂ ਚੀਜ਼ਾਂ ਹੈਗੀਆਂ ਨੇ। ਜਿਹੜਾ ਵੀ ਚੰਗਾ ਕੰਮ ਹੁੰਦਾ ਸਾਨੂੰ ਉਹਦੀ ਜ਼ਰੂਰ ਜਿਹੜੀ ਹੈ ਤਾਰੀਫ ਕਰਨੀ ਚਾਹੀਦੀ ਹੈ, ਹੌਸਲਾ ਅਫਜ਼ਾਈ ਜਿਹੜੀ ਹੈ ਜ਼ਰੂਰ ਕਰਨੀ ਚਾਹੀਦੀ ਹੈ। ਸੋ ਅਗਰ ਇਹ ਪ੍ਰੋਗਰਾਮ ਦੇ ਵਿੱਚ ਤੁਹਾਡਾ ਕੋਈ ਸੁਝਾਅ ਹੈਗਾ, ਅਸੀਂ ਜਿਹੜੇ ਤੁਹਾਡੇ ਕਮੈਂਟਸ ਆਏ ਨੇ YouTube ਉੱਤੇ, Facebook ਉੱਤੇ, ਉਹਨੂੰ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਰੀਡ ਕਰਾਂਗੇ। ਅਗਰ ਤੁਹਾਡਾ ਕੋਈ ਸੁਝਾਅ ਹੈ ਜ਼ਰੂਰ ਤੁਸੀਂ ਈਮੇਲ ਕਰ ਸਕਦੇ ਹੋ mbl@cktimetv.com ਅਤੇ info@cktimetv.com। ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਸਤਿ ਸ਼੍ਰੀ ਅਕਾਲ ਜੀਓ।